ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਸਵਾਗਤ ਤੁਹਾਡਾ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਜੀ ਆਇਆਂ ਨੂੰ। ਔਰ ਅਸੀਂ ਸਮਝਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਇਸ ਪ੍ਰੋਗਰਾਮ ਵਿੱਚ ਉਹਨਾਂ ਵਿਸ਼ਿਆਂ 'ਤੇ ਗੱਲ ਕਰਦੇ ਹਾਂ ਜਿਹੜੇ ਕਰੰਟ ਨੇ, ਜਿਹੜੇ ਹੁਣੇ ਵਾਪਰੇ ਨੇ ਪੰਜਾਬ ਵਿੱਚ, ਨਾਲ ਦੇ ਸੂਬਿਆਂ ਵਿੱਚ ਅਤੇ ਬਾਕੀ ਦੂਸਰੇ ਦੇਸ਼ਾਂ ਵਿੱਚ। ਅਤੇ ਮੇਰੇ ਨਾਲ ਖੰਨਾ ਜੀ ਬੈਠੇ ਨੇ ਸਟੂਡੀਓ 'ਚ। ਅਤੇ ਖੰਨਾ ਜੀ ਉਹ ਵਿਸ਼ਾ ਲਓ ਜਿਹੜਾ ਮੁੱਦਾ ਜਿਹੜਾ ਖਾਸ ਕਰਕੇ ਇਸ ਵੇਲੇ ਮਗਿਆ ਵੀ ਆ, ਲੋਕ ਚਾਹੁੰਦੇ ਨੇ ਕਿ ਉਹਦੇ ਵਿੱਚ ਅਸੀਂ ਸਾਂਝ ਪਾਈਏ ਅਤੇ ਸੁਣੀਏ ਔਰ ਉਹਦਾ ਕੀ ਹੱਲ ਜੀ ਬਿਲਕੁਲ। ਇੱਕ ਖੁਸ਼ਖਬਰੀ ਤੋਂ ਸ਼ੁਰੂ ਕਰਾਂਗੇ ਕਿ ਜਿਹੜੇ ਟੂਰਿਸਟ ਕੈਨੇਡਾ ਗਏ ਹੋਏ ਨੇ ਜੀ, ਉਹ ਮੁੜ ਤੋਂ ਵਰਕ ਪਰਮਿਟ ਅਪਲਾਈ ਕਰ ਸਕਦੇ। ਗੁੱਡ। ਇਹ ਬਹੁਤ ਵੱਡੀ ਤੁਸੀਂ ਗੁੱਡ ਨਿਊਜ਼ ਲਈ ਆ। ਔਰ ਪਿਛਲੇ ਪ੍ਰੋਗਰਾਮ 'ਚ ਤੁਸੀਂ ਲਿਆ ਸੀਗਾ ਕਿ ਰਿਸ਼ੀ ਸੁਨਕ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਗੱਲਬਾਤ ਹੋ ਕੇ ਵੀਜ਼ਾ ਜਿਹੜਾ ਖੁੱਲ੍ਹਾ ਕਰਤਾ ਉਹਨਾਂ ਨੇ UK ਲਈ। ਔਰ UK ਦੇ ਵਿੱਚ ਜਿਹੜੇ ਉਧਰ ਦਾ ਹਾਈ ਕਮਿਸ਼ਨ ਆ ਇੰਡੀਆ ਦਾ, ਉਹਨੇ ਉੱਧਰੋਂ ਅਮਲੀ ਤੌਰ 'ਤੇ ਕੰਮ ਸ਼ੁਰੂ ਕਰਤਾ ਅਤੇ ਇੱਧਰੋਂ ਦਿੱਲੀ ਤੋਂ ਹੀ ਜਿਹੜਾ ਉਹਨਾਂ ਦਾ ਹਾਈ ਕਮਿਸ਼ਨ ਬੈਠਾ ਇੱਥੇ ਬ੍ਰਿਟਿਸ਼। ਔਰ ਇਸੇ ਤਰ੍ਹਾਂ ਦਾ ਇਹ ਦੂਜੀ ਖਬਰ ਆ ਉਹਦੇ ਨਾਲ ਮੇਲ ਖਾਂਦੀ ਆ ਕਿ ਜਿੰਨੇ ਲੋਕ ਉੱਥੇ ਟੂਰਿਸਟ ਬੈਠੇ ਨੇ ਕੈਨੇਡਾ ਦੀ ਜਗ੍ਹਾ 'ਤੇ, ਔਰ ਉਹਨਾਂ ਨੂੰ ਜਿਹੜਾ ਹੁਣ ਉਹਨਾਂ ਦੇ ਵੀਜ਼ੇ ਖਤਮ ਹੋ ਰਹੇ ਸੀਗੇ, ਇਹਨਾਂ ਨੇ ਕਹਿ ਦਿੱਤਾ ਕਿ ਪਹਿਲੋਂ ਇਹਨਾਂ ਨੇ ਜਦੋਂ ਕਰੋਨਾ ਸੀਗਾ, ਕਰੋਨਾ ਦੇ ਟਾਈਮ 'ਤੇ ਇਹਨਾਂ ਨੂੰ ਸਹੂਲਤ ਦਿੱਤੀ ਸੀ। ਫਿਰ ਹੁਣ ਇਹ ਖਤਮ ਹੀ ਹੋਣ ਵਾਲਾ ਸੀਗਾ। ਇਹਨਾਂ ਦੁਬਾਰਾ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਨਵਾਂ ਐਕਸ਼ਨ ਲੈ ਕੇ ਕਹਿ ਦਿੱਤਾ ਕਿ ਜਿੰਨੇ ਵੀ ਇੱਥੇ ਇਮੀਗ੍ਰੇਸ਼ਨ ਦੇ ਲੋਕ ਬੈਠੇ ਨੇ, ਵੀਜ਼ੇ 'ਤੇ ਬੈਠੇ ਨੇ, ਉਹ ਆਪਣਾ ਅਪਲਾਈ ਕਰ ਸਕਦੇ ਆ ਆਉਣ ਵਾਲਾ ਜਿਹੜਾ ਹੈਗਾ ਵਰਕ ਪਰਮਿਟ। ਔਰ ਵਰਕ ਪਰਮਿਟ ਨਾਲ ਜਿਹੜਾ ਉਹਨਾਂ ਕੋਲ ਕੋਈ ਆਰਟ ਹੈਗਾ ਉਹਦੇ ਅਕੋਰਡਿੰਗ ਉਹ ਕੰਮ ਕਰਕੇ ਇੱਥੇ ਪੈਸਾ ਕਮਾ ਸਕਦੇ ਆ, ਡਾਲਰ ਕਮਾ ਸਕਦੇ ਆ। ਕੁਛ ਤਾਂ ਪੜ੍ਹਾਈ ਲਈ ਗਏ ਮੁੰਡੇ ਉਹ ਹੈ, ਕੁਛ ਵਿਜ਼ਟਰ ਵੀਜ਼ੇ 'ਤੇ ਜਿਹੜੇ ਗਏ, ਉਹਨਾਂ ਲਈ ਇਹਨਾਂ ਨੇ ਬੜੀ ਵੱਡੀ ਸਹੂਲਤ ਦੇ ਦਿੱਤੀ ਹੈ। ਔਰ ਘੱਟੋ ਘੱਟ 2.5-3 ਸਾਲ ਉਹ ਦੁਬਾਰਾ ਉਹ ਵਰਕ ਪਰਮਿਟ 'ਤੇ ਕੰਮ ਕਰਨਗੇ। ਔਰ ਜਿਹੜਾ ਵੀ ਉਹਨਾਂ ਕੋਲ ਕੋਈ ਕਰਜ਼ਾ ਚੜ੍ਹਿਆ ਜਾਂ ਉਹਨਾਂ ਕੋਲ ਮਾਂ ਪਿਓ ਨੇ ਲੋਨ ਲਿਆ ਵਾ ਜਾਂ ਕਿਤੇ ਜ਼ਮੀਨ ਵੇਚੀ ਆ, ਉਹ ਸਾਰੀ ਦੀ ਸਾਰੀ ਉਹ ਉਸੇ ਤਰ੍ਹਾਂ ਆਪਣੇ ਮਾਂ ਪਿਓ ਦੀ ਹੈਲਪ ਕਰਕੇ, ਅਮਦਾਦ ਕਰਕੇ ਪੈਸਾ ਕਮਾ ਸਕਦੇ ਆ। ਇਹ ਬੜੀ ਵੱਡੀ ਖਬਰ ਹੈ ਸਾਡੇ ਨੌਜਵਾਨ ਮੁੰਡਿਆਂ ਲਈ ਅਤੇ ਮਾਪਿਆਂ ਲਈ ਜਿਹੜੇ ਇੰਡੀਆ 'ਚ ਬੈਠੇ ਆ। ਔਰ ਖ਼ਾਸ ਤੌਰ 'ਤੇ ਕੇਰਲਾ, ਮਦਰਾਸ, ਕਰਨਾਟਕਾ ਉੱਧਰ ਵੀ ਗਏ ਆ। ਪਰ ਪੰਜਾਬ ਤੁਹਾਨੂੰ ਪਤਾ ਹਰ ਕੰਮ 'ਚ ਮੋਹਰੀ ਹੁੰਦਾ, ਇਹ ਅੱਗੇ ਹੀ ਆ ਇਸ ਕੰਮ ਦੇ। ਅਤੇ ਇਹਨਾਂ ਨੇ ਇਹ ਕਹਿ ਦਿੱਤਾ ਕਿ ਉਹਦੇ 'ਚ ਇੰਪਲਾਇਰ ਜਿਹੜੇ ਉਹਨਾਂ ਕੋਲ ਇੱਕ ਪਰਮਿਸ਼ਨ ਲੈਣੀ ਅਥਾਰਟੀ ਲੈਟਰ ਹੁੰਦਾ, ਉਹ ਲੈਣਾ ਪਵੇਗਾ ਕਿ ਜਿਹੜੇ ਉਹ ਚਾਹੁੰਦੇ ਨੇ ਕਿ ਕੰਮ ਕਰਵਾਉਣ ਨੂੰ ਇਹ ਰੱਖਦੇ ਨੇ ਵੀ ਇਹ ਕੰਮ ਕਰਨ ਦੇ ਕਾਬਲ ਆ। ਔਰ ਉਹ ਉਹਨਾਂ ਨੂੰ ਕੋਈ ਅਥਾਰਟੀ ਲੈਟਰ ਲੈ ਕੇ ਫਿਰ ਸਬਮਿਟ ਕਰ ਦੇਣਗੇ ਇੱਧਰ ਅੰਬੈਸੀ ਨੂੰ। ਅੰਬੈਸੀ ਇਹਨਾਂ ਨੂੰ ਸੈਂਕਸ਼ਨ ਕਰ ਦੂਗੀ ਜਿਹੜਾ ਵਰਕ ਪਰਮਿਟ ਆ। ਔਰ ਬੜੀ ਵੱਡੀ ਗੱਲ ਹੈ। ਔਰ ਕਿਉਂਕਿ ਇੱਥੇ ਅਨਪਲਾਈਡ ਹੈ ਹੀ ਹੈ, ਕੰਮ ਧੰਦਾ ਹੈ ਨਹੀਂ ਇੱਥੇ। ਜਿਹੜੇ ਮੁੰਡੇ ਉੱਥੇ ਗਏ ਆਉਣਾ ਚਾਹੁੰਦੇ ਨਹੀਂਗੇ, ਜਾਂ ਤਾਂ ਇਲੀਗਲ ਬਹਿ ਜਾਂਦੇ ਉੱਥੇ। ਇਹ ਲੀਗਲੀ ਤੌਰ ਤੇ ਉਹਨਾਂ ਨੇ ਕਿਹਾ ਵੀ ਕੰਮ ਕਰਨਗੇ ਖੁੱਲ੍ਹੇਆਮ। ਅਤੇ ਜਿਹੜੇ ਸਾਡੇ ਮੁੰਡੇ ਉੱਥੇ ਸਟੂਡੈਂਟ ਆ, ਉਹਨਾਂ ਨੂੰ 20 ਘੰਟੇ ਤੋਂ ਬਾਅਦ ਉਹਨਾਂ ਨੂੰ ਓਪਨ ਹੀ ਕਰਦਾ, ਜਿੰਨਾ ਮਰਜ਼ੀ ਕੰਮ ਕਰਨ ਉਹ, ਜਿਸ ਜਿੱਥੇ ਕੰਮ ਮਿਲਦਾ, ਚਾਹੇ ਖੇਤਾਂ 'ਚ ਮਿਲਦਾ, ਚਾਹੇ ਇਮਾਰਤਾਂ 'ਚ ਵੀ ਨਾਲ ਉਹਨਾਂ ਦਾ ਬਣਾਉਣ 'ਚ ਬਣਦਾ ਕੰਮ ਉਹ ਕਰਨਗੇ। ਬਾਕੀ ਖੇਤੀਬਾੜੀ ਦੇ ਨਾਲ ਲੱਗਦਾ ਕੰਮ ਕਰਨਗੇ, ਡਰਾਈਵਿੰਗ ਕਰਦੇ ਆ, ਟਰੱਕ ਚਲਾਉਂਦੇ ਮੁੰਡੇ, ਬੜਾ ਕੁਛ ਕੰਮ ਹੈ। ਮੁੰਡੇ ਪੈਸਾ ਕਮਾ ਕੇ ਪੜ੍ਹਾਈ ਕਰਦੇ ਆ ਸਾਰੀ, ਅਤੇ ਕਾਰਾਂ ਆਪਣੀ ਚਲਾਉਂਦੇ ਆ। ਵਧੀਆ ਵਧੀਆ। ਸਗੋਂ ਕਹਿੰਦੇ ਨੇ ਨਾ, ਅਰਨ ਵਾਈਲ ਯੂ ਲਰਨ। ਜਦੋਂ ਤੁਸੀਂ ਪੜ੍ਹਦੇ ਹੋ ਨਾਲ ਦੇ ਨਾਲ ਕਮਾਈ ਕਰੋ, ਤਦ ਕੰਮ ਚੱਲਦਾ। ਬਿਲਕੁਲ, ਤਾਂ ਕਿ ਆਪਣੇ ਖਰਚੇ ਆਪ ਚੁੱਕ ਸਕੋ। ਬਿਲਕੁਲ। ਸੋ ਇਹ ਵਧੀਆ ਕਿ ਵਰਕ ਪਰਮਿਟ ਮਿਲ ਰਿਹਾ। ਸੋ ਸਾਡੇ ਨੌਜਵਾਨਾਂ ਵਾਸਤੇ ਇੱਕ ਗੁੱਡ ਨਿਊਜ਼ ਹੈ। ਮੈਂ ਸੋਚਿਆ ਇਸ ਗੁੱਡ ਨਿਊਜ਼ ਤੋਂ ਸ਼ੁਰੂ ਕਰਦੇ ਹਾਂ। ਜੀ। ਸੋ ਅਗਲੀ ਗੁੱਡ ਨਿਊਜ਼, ਜੋ ਕਿ ਗੁੱਡ ਨਿਊਜ਼ ਬਣਦੇ ਰਹਿ ਗਈ, ਔਰ ਉਹਦੇ ਬਾਰੇ ਵੀ ਕ੍ਰਿਟਿਸਿਜ਼ਮ ਚੱਲਦਾ ਪਿਆ, ਗੱਲਬਾਤ ਚੱਲਦੀ ਪਈ ਹੈ ਕਿ G20 ਸੰਮੇਲਨ ਦੇ ਵਿੱਚ ਕੋਈ ਸਾਂਝਾ ਐਲਾਨਨਾਮਾ ਨਹੀਂ ਬਣਿਆ। ਕੋਈ ਵਿਦੇਸ਼ ਨੀਤੀ ਦੇ ਮੁਤਾਬਿਕ ਦੂਸਰੀਆਂ ਕੰਟਰੀਜ਼ ਦੇ ਲੋਕ ਆਏ ਵੀ ਨੇ, ਪਰ ਉਹ ਚੀਜ਼ ਜੋ ਚਾਹੁੰਦੇ ਸੀਗੇ ਕਿ ਰਿਜ਼ਲਟ ਨਿਕਲਣ, ਉਹ ਚੀਜ਼ ਨਹੀਂ ਬਣੀ। ਅਤੇ ਰੂਸ ਅਤੇ ਪੱਛਮੀ ਦੇਸ਼ਾਂ ਦਾ ਵਿਵਾਦ ਜਿਹੜਾ ਚੱਲਦਾ ਪਿਆ ਯੂਕਰੇਨ ਵੌਰ ਵਾਲਾ, ਉਹਦਾ ਵੀ ਕੁਝ ਹੱਲ ਨਹੀਂ ਨਿਕਲਿਆ। ਔਰ ਜੋ ਇਸ ਵਕਤ ਸਾਰੀਆਂ ਮੁਸ਼ਕਿਲਾਂ ਚੱਲ ਰਹੀਆਂ ਨੇ, ਦਾ ਪ੍ਰੋਬਲਮਸ ਵਿਚ ਆਰ ਬੈਫਲਿੰਗ ਓਵਰ ਦਾ ਵਰਲਡ, ਉਹ ਸਾਰੀਆਂ ਹਜੇ ਉਵੇਂ ਚੱਲਦੀਆਂ ਪਈਆਂ ਨੇ। ਔਰ ਮਤਲਬ ਆਸਾ ਸੀ ਜਿਹੜੀ, ਉਹ ਆਸ ਪੂਰੀ ਨਹੀਂ ਹੋਈ, ਨਿਰਾਸ਼ ਹੀ ਹੋਈ ਨੇ। ਉਹ ਜਿਹੜੇ ਆਸਾ ਦੀ ਕਿਰਨ ਸੀਗੀ ਉਹ ਅਜੇ ਚਮਕੀ ਨਹੀਂ ਗਈ, ਕਿਉਂਕਿ ਵਿਨਾਸ਼ਕਾਰੀ ਯੁੱਧ ਚੱਲ ਰਿਹਾ, ਉਹਦੇ 'ਚ ਲੋਕ ਬਹੁਤ ਮਰ ਰਹੇ ਆ, ਨੁਕਸਾਨ ਹੋ ਰਿਹਾ। ਔਰ ਉੱਥੋਂ ਦੇ ਬੱਚੇ, ਬੁੜੇ ਔਰ ਔਰਤਾਂ ਬੜੀ ਤਰਾਸਦੀ 'ਚੋਂ ਗੁਜ਼ਰ ਰਹੇ ਆ, ਕਿਉਂਕਿ ਰਸ਼ੀਆ ਬੜੀ ਸੁਪਰ ਪਾਵਰ ਆ। ਔਰ ਦੂਜੇ ਪਾਸੇ ਜਿਹੜਾ ਯੂਕਰੇਨ ਆ, ਉਹ ਇਹਨਾਂ ਸੁਪਰ ਪਾਵਰ ਤਾਂ ਨਹੀਂ, ਪਰ ਫਿਰ ਵੀ ਉਹ ਡਟੇ ਪਏ ਆ ਲੜਾਈ ਲਈ, ਕਿਉਂਕਿ ਉਹਨਾਂ ਦੇ ਪਿੱਛੇ ਸੁਪਰ ਪਾਵਰ ਹੈਗੀਆਂ। ਅਮਰੀਕਾ ਇਹਨਾਂ ਦੀ ਹੈਲਪ ਕਰ ਰਿਹਾ। ਔਰ ਉਹਨਾਂ ਨੇ, ਬਾਈਡਨ ਸਾਹਿਬ ਨੇ ਕਹਿ ਤਾ ਕਿ ਸਾਰਾ ਮੈਂ ਜਿੰਨਾ ਸੰਭਾਲੂੰਗਾ, ਜਿੰਨਾ ਖਰਚਾ ਹੈਗਾ, ਜੋ ਕੁਛ ਇਹਨਾਂ ਨੂੰ ਵੈਪਨ ਚਾਹੀਦਾ, ਜੋ ਕੁਛ ਹੈਗਾ, ਸ਼ਰੇਆਮ ਦੇਵਾਂਗੇ। ਦੂਜੇ ਪਾਸੇ ਚੀਨ ਅਤੇ ਰਸ਼ੀਆ, ਇਹ ਦੋਵਾਂ ਨੇ ਆਪਸੀ ਗੁੱਟਬੰਦੀ ਕਰਕੇ ਵੀ
ਇਹਨਾਂ ਨੇ ਉਹਨਾਂ ਨੂੰ ਤੰਗ ਕੀਤਾ ਵਾ। ਚਾਈਨਾ ਤੁਹਾਨੂੰ ਪਤਾ ਕਿ ਉਹ ਦੂਜੇ ਪਾਸੇ ਬੰਦ ਕਰਨ ਵਾਲੇ ਪਾਸੇ ਨਹੀਂ ਹੈਗਾ, ਉਹ ਲੜਾਈ ਲਵਾਉਣ ਵਾਲੇ ਪਾਸੇ ਹੀ ਆ। ਦੂਜੇ ਪਾਸੇ ਜਿਹੜਾ ਮੋਦੀ ਸਾਹਿਬ ਨੇ ਕਹਿਤਾ ਸੀ ਕਿ ਪਹਿਲਾਂ ਅਸੀਂ ਡਟੇ ਪਏ ਸੀਗੇ ਕਿ ਅਸੀਂ ਇਸ ਗੱਲ 'ਤੇ ਅੜਾਂਗੇ, ਇਹ ਜੰਗ ਬੰਦ ਕਰਾਵਾਂਗੇ। G20 ਵਾਲੇ ਸਾਰੇ ਕੰਟਰੀ ਆ ਗਏ ਆ, ਉਹਨਾਂ ਸਾਰਿਆਂ ਅੱਗੇ ਮਿੰਤਰਲਾ ਵੀ ਕਰਾਂਗੇ ਕਿ ਇਸ ਤੋਂ ਦੂਰ ਰਹੀਏ ਅਤੇ ਇਹਨੂੰ ਜ਼ੋਰ ਪਾ ਕੇ ਲੜਾਈ ਬੰਦ ਕਰਵਾ ਦਈਏ। ਔਰ ਉਹਨਾਂ ਨੇ ਕਿਹਾ UNO ਨੇ ਵੀ ਬਹੁਤ ਜਿਹੜਾ ਫੈਸਲਾਕੁੰਨ ਐਕਸ਼ਨ ਨਹੀਂ ਲਿਆ। UNO ਨੂੰ ਚਾਹੀਦਾ ਸੀਗਾ ਉੱਥੇ ਉਹਨਾਂ ਨੂੰ ਬੈਠ ਕੇ ਔਰ ਚਿੱਟਾ ਝੰਡਾ ਚੜਾ ਕੇ ਸੀਜ਼ਫਾਇਰ ਕਰ ਦਿੰਦੇ, ਲੜਾਈ ਬੰਦ ਕਰਵਾ ਦਿੰਦੇ। ਮੋਦੀ ਸਾਹਿਬ ਨੇ ਤਾਂ ਇਹਨੇ ਕਿਹਾ ਸੀਗਾ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਸੁਪਰ ਪਾਵਰ ਇਕੱਠੀਆਂ ਹੋ ਰਹੀਆਂ ਉਹ ਇਸ ਵੇਲੇ G20 ਦੀ ਗੱਲ ਮੰਨ ਕੇ ਸਾਰਿਆਂ ਦਾ, ਅਤੇ ਉਹਨਾਂ 'ਤੇ ਵਿਪਤਾ ਬਣੀ ਆ, ਉਹ ਕੰਟਰੀ ਛੋਟਾ ਹੈਗਾ, ਉਹਨੂੰ ਅਸੀਂ ਬੰਦ ਕਰਵਾ ਦਈਏ। ਪਰ ਉਹਦੇ ਵਿੱਚ ਜਿਹੜੇ ਸੁਪਰ ਪਾਵਰ ਆ ਨਾ, ਇਹ ਕਿਸੇ ਦੇ ਪੈਰ ਨਹੀਂ ਲੱਗਣ ਦਿੰਦੇ। ਰਸ਼ੀਆ ਤਾਂ ਹੈ ਹੀ ਹੈ, ਚਾਈਨਾ ਉਹਦੇ ਨਾਲ ਹੈਗਾ, ਦੂਜੇ ਪਾਸੇ ਬ੍ਰਿਟੇਨ ਹੈਗਾ, ਪੱਛਮੀ ਕੰਟਰੀ ਜਿਹੜੇ ਵੈਸਟਰਨ ਕੰਟਰੀ ਉਹ ਵੀ ਇਕੱਠੇ, ਯੂਰਪੀਅਨ ਕੰਟਰੀ ਇਕੱਠੇ ਹੋ ਗਏ ਆ। ਹੁਣ ਇਹ ਪਤਾ ਚੱਕਰ ਹੈਗਾ, ਠੰਡੀ ਜੰਗ ਹੈ, ਵਰਲਡ ਵਾਰ ਵਾਲੀ ਵਰਗੀ ਗੱਲ ਹੀ ਹੈਗਾ। ਅੰਦਰ ਖਾਤੇ ਵੈਪਨ ਜਾ ਰਿਹਾ ਉਹਨਾਂ ਕੋਲ, ਸਾਰੇ ਜੋ ਉਹਨਾਂ ਨੇ ਮਿਸਾਈਲਾਂ ਜਾ ਰਹੀਆਂ ਉਹਨਾਂ ਕੋਲ, ਉਹ ਅੜੇ ਪਏ ਆ। ਸਾਲ ਤੋਂ ਉੱਪਰ ਤਾਂ ਹੋ ਗਈ ਲੜਾਈ, ਪਰ ਫਿਰ ਵੀ ਉਹ ਨੁਕਸਾਨ ਤਾਂ ਜਿਹੜਾ ਹੋਇਆ ਹੀ ਆ, ਲੋਕ ਮਰ ਗਏ, ਕਈ ਕੁਛ ਨੁਕਸਾਨ ਹੋਏ ਆ। ਡਿਵੈਲਪਮੈਂਟ ਤਾਂ ਜਾਂਦੀ ਰੁਕ, ਪੈਸਾ ਕਿਤੇ ਪਾਸਿਓਂ ਨਹੀਂ ਆਉਂਦਾ, ਔਰ ਮਹਿੰਗਾਈ ਸਿਰ ਤੋੜ ਮਹਿੰਗਾਈ ਉੱਥੇ, ਕਿਸੇ ਗੱਲ ਦੀ ਉੱਥੇ ਜਿਹੜੀ ਹੈਗੀ ਉਹ ਨਹੀਂ ਪੂਰੀ ਹੁੰਦੀ। ਔਰ ਬੱਚਿਆਂ ਦੀ ਪੜ੍ਹਾਈ ਇੰਨੀ ਜ਼ਿਆਦਾ ਖਤਰੇ 'ਚ ਪੈ ਗਈ। ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਕਿੰਨੇ ਮੁੰਡੇ ਮੈਡੀਕਲ ਕਰਨ ਗਏ ਸੀ ਉੱਥੇ, MBBS ਸਾਰਾ ਪੜ੍ਹਨ ਗਏ ਸੀਗੇ, ਉਹ ਆ ਕੇ ਵਿਚਾਰੇ ਇੱਥੇ ਬਹਿ ਗਏ ਆ। ਉਹਦਾ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਕਨਕਲੂਜ਼ਨ ਕੱਢਿਆ, ਨਾ ਉਹਨਾਂ ਨੇ ਤਾਂ ਨਹੀਂ ਸੀ ਕੱਢ ਸਕਦੇ, ਕਿਉਂਕਿ ਯੂਕਰੇਨ 'ਚ ਤਾਂ ਲੜਾਈ ਲੱਗੀ। ਉਹਨਾਂ ਬੱਚਿਆਂ ਦਾ ਕੈਰੀਅਰ ਖਤਮ, ਪੈਸਾ ਮਾਂ ਪਿਓ ਨੇ ਲਾਇਆ ਸੀਗਾ ਔਰ ਜਹਾਜ਼ਾਂ ਦੇ ਭਾੜੇ ਦਿੱਤੇ ਸੀਗੇ, ਉੱਥੇ ਗਏ, ਕੱਪੜਾ ਵੀ ਲੈ ਕੇ ਦਿੱਤੇ ਉਹਨਾਂ ਨੂੰ, ਕਈ ਕੁਝ ਦਿੱਤਾ, ਉਹ ਖਰਚਾ ਮਾਂ ਪਿਓ ਦੇ ਸਿਰ ਪੈ ਗਿਆ, ਲੜਾਈ ਯੂਕਰੇਨ ਦੇ ਸਿਰ ਪੈ ਗਈ। ਔਰ UNO ਉਸੇ ਤਰ੍ਹਾਂ ਹੀ ਅਜੇ ਖਾਲੀ ਹੱਥਾਂ ਨਾਲ ਬੈਠਾ, ਔਰ ਕਿਸੇ ਵੀ ਦੇਸ਼ ਨੇ ਅਜੇ ਤੱਕ ਨਹੀਂ ਇਸ ਪਾਸੇ ਪਾਸਾ ਵੱਟਿਆ। ਜਦੋਂ ਕਹਿੰਦੇ ਆ ਨਾ ਕਿਸੇ ਦੇ ਘਰ ਅੱਗ ਲੱਗੇ ਤੇ ਉਹਨੂੰ ਆਂਦੇ ਆ ਅੱਗ ਲੱਗ ਗਈ, ਅੱਗ ਲੱਗ ਗਈ, ਅੱਗ ਲੱਗ ਗਈ। ਜਦੋਂ ਆਪਣੇ ਘਰ ਅੱਗੇ ਫਿਰ ਆਂਦੇ ਬਸੰਤਰ, ਬਸੰਤਰ ਉਹਦਾ ਨਾਂ ਬਦਲ ਦਿੰਦੇ ਵੀ ਅੱਗ ਨਹੀਂ, ਇਹ ਗੱਲ ਹੈਗੀ। ਹੁਣ ਉਹਨਾਂ ਦੇ ਘਰ ਅੱਗ ਲੱਗੀ ਹੈ, ਉਹ ਲੋਕ ਸਵਾਹ ਹੋ ਰਹੇ ਸੜ ਕੇ, ਉੱਥੇ ਮਿੱਟੀ ਹੋ ਰਹੇ ਲੋਕ, ਉੱਥੇ ਸਾਰਾ ਕੁਝ ਠੱਪ ਹੋ ਗਿਆ ਕੰਮ। ਇਹ ਕਹਿੰਦੇ ਕੋਈ ਗੱਲ ਨਹੀਂ, ਇੱਥੇ ਮੀਟਿੰਗ ਰੱਖਾਂਗੇ ਜੀ, ਕੱਲ੍ਹ ਨੂੰ ਸਾਰੇ ਕੰਟਰੀ ਇਕੱਠੇ ਹੋਣਗੇ ਜੀ। ਫੌਰੀ ਤੌਰ 'ਤੇ ਕਿਸੇ ਨੇ ਵੀ ਇਹ ਹੱਲ ਲੱਭਣ ਦਾ ਯਤਨ ਨਹੀਂ ਕੀਤਾ। ਐਕਚੁਅਲੀ ਪਹਿਲਾਂ, ਬਹੁਤ ਪਹਿਲਾਂ ਜੀ, ਸੈਕੰਡ ਵਰਲਡ ਵਾਰ ਤੋਂ ਪਹਿਲਾਂ ਇੱਕ ਸੰਸਥਾ ਸੀ ਲੀਗ ਆਫ ਨੇਸ਼ਨਸ। ਯੈਸ, ਲੀਗ ਆਫ ਨੇਸ਼ਨਸ ਆਪਣਾ ਕੰਮ ਪੂਰੀ ਤਰ੍ਹਾਂ ਨਹੀਂ ਕਰ ਸਕੀ। ਫਿਰ ਸੈਕੰਡ ਵਰਲਡ ਵਾਰ ਤੋਂ ਬਾਅਦ UNO, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਬਣੀ। ਹੁਣ ਉਹ ਵੀ ਲੱਗਦਾ ਕਿ ਆਪਣਾ ਕੰਮ ਉਸ ਤਰ੍ਹਾਂ ਨਹੀਂ ਕਰ ਪਾ ਰਹੀ ਜਿਸ ਤਰ੍ਹਾਂ ਉਹਨਾਂ ਨੂੰ ਕਰਨਾ ਚਾਹੀਦਾ ਹੈ, ਕਿਉਂਕਿ ਸ਼ਾਇਦ ਉੱਥੇ ਚੱਲਦੀ ਨਹੀਂ ਜਾਂ ਕੋਈ ਸੁਣਦਾ ਨਹੀਂ। ਫਿਰ ਹੁਣ G20 ਦਾ ਇੱਕ ਨਵਾਂ ਸੰਸਥਾ ਬਣਾਉਣ ਦਾ ਇੱਕ ਨਵਾਂ ਜੋ ਉਪਰਾਲਾ ਕੀਤਾ ਜਾ ਰਿਹਾ ਹੈ, ਉੱਧਰ ਤੁਰੇ ਨੇ, ਹੁਣ ਉੱਧਰ ਵੀ ਰਿਜ਼ਲਟ ਨਹੀਂ ਆ ਰਹੇ। ਕਿਉਂਕਿ ਗੱਲ ਇੰਨੀ ਕੁ ਹੈ ਕਿ ਸੰਸਥਾਵਾਂ ਜਿੰਨੀਆਂ ਮਰਜ਼ੀ ਬਣਾਈ ਜਾਓ, ਪਰ ਜਦੋਂ ਬੰਦੇ ਹੀ ਗਲਤ ਹੋਣ, ਸੋਚ ਹੀ ਗਲਤ ਹੋਵੇ, ਨੀਅਤ ਹੀ ਗਲਤ ਹੋਵੇ, ਤਾਂ ਰਿਜ਼ਲਟ ਕਿੱਥੋਂ ਆਉਣੇ ਨੇ? ਰਿਜ਼ਲਟ ਤਾਂ ਆਫਟਰ ਆਲ ਬੰਦਿਆਂ ਨੇ ਦੇਣੇ ਨੇ ਨਾ, ਲੋਕਾਂ ਨੇ ਦੇਣੇ ਨੇ, ਲੀਡਰਸ ਨਹੀਂ ਦੇਣੇ ਨੇ। ਹੁਣ ਜੇ ਸਾਰੇ ਆਪਣਾ ਆਪਣਾ ਫਾਇਦਾ ਦੇਖਣਗੇ ਤਾਂ ਫਿਰ ਸ਼ਾਂਤੀ ਕਿਵੇਂ ਰਹੇਗੀ? ਹੁਣ ਅਮਰੀਕਾ, ਇਹਦੇ ਵਿੱਚ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ, ਅਸੀਂ ਸਾਰੇ ਜਾਣਦੇ ਹਾਂ। ਅਮਰੀਕਾ ਦੀ ਸੈਟੇਲਾਈਟ ਇੰਡਸਟਰੀ ਵੈਪਨਸ ਨੇ, ਹੋਰ ਵੀ ਕਈ ਜਿਹੜੇ ਦੇਸ਼ ਨੇ ਉਹ ਵੈਪਨਸ ਬਣਾਉਂਦੇ ਨੇ, ਸੋ ਉਹ ਸੈਲ ਕਰ ਰਹੇ ਨੇ, ਪ੍ਰੋਫਿਟ ਕਮਾ ਰਹੇ ਨੇ। ਆਪਾਂ ਪਹਿਲਾਂ ਵੀ ਕਈ ਵਾਰ ਡਿਸਕਸ ਕੀਤਾ ਹੈ, ਵਾਰ ਦੇ ਵਿੱਚ ਨਾ ਹਾਰਨ ਵਾਲਾ ਜਿੱਤਦਾ, ਨਾ ਜਿੱਤਣ ਵਾਲਾ ਜਿੱਤਦਾ। ਦੋਵੇਂ ਹੀ ਹਾਰੇ ਹੁੰਦੇ ਨੇ, ਭਾਵੇਂ ਜਿੱਤਣ ਵਾਲਾ ਹੋਵੇ ਭਾਵੇਂ ਹਾਰਨ ਵਾਲਾ ਹੋਵੇ। ਫਾਇਦਾ ਸਿਰਫ ਉਹਦਾ ਹੁੰਦਾ ਜਿਹੜਾ ਹਥਿਆਰ ਸਪਲਾਈ ਕਰਕੇ ਪ੍ਰੋਫਿਟ ਕਮਾ ਰਿਹਾ। ਉਹ ਮੰਡੀ ਉਹਦੇ ਲਈ ਆ, ਮੰਡੀ ਉਹ ਸਮਾਨ ਵੇਚ ਰਿਹਾ ਆਪਣਾ, ਉਹ ਭਾਅ ਲਾ ਰਿਹਾ ਉੱਤੇ, ਵੀ ਟੈਂਕ ਕਿੰਨੇ ਦੇ ਹੈਗੇ ਆ। ਸਾਰੀਆਂ ਮੁਸ਼ਕਿਲਾਂ ਹੱਲ ਹੋ ਸਕਦੀਆਂ, ਸਾਰੀਆਂ ਮੁਸੀਬਤਾਂ ਹੱਲ ਹੋ ਸਕਦੀਆਂ ਨੇ ਜੇ ਨੀਤੀ ਤਾਂ ਹੀ ਬਣ ਸਕਦੀ ਹੈ ਜੇ ਨੀਅਤ ਵਧੀਆ ਹੈ। ਨੀਅਤ ਨਾਲ ਨੀਤੀ ਬਣੇਗੀ, ਜੇ ਨੀਅਤ ਖੋਟੀ ਤਾਂ ਨੀਤੀ ਖੋਟੀ। ਫਿਰ ਗੱਲਾਂ ਦਾ ਰਿਜ਼ਲਟ ਨਹੀਂ ਨਿਕਲੇਗਾ, ਭਾਵੇਂ ਇਦਾਂ ਦੇ 100 ਸੰਮੇਲਨ ਕਰ ਲਵੋ, ਉਹਦਾ ਰਿਜ਼ਲਟ ਨਹੀਂ ਨਿਕਲੇਗਾ ਜੇ ਤੁਸੀਂ ਰਿਜ਼ਲਟ ਕੱਢਣਾ ਚਾਹੁੰਦੇ ਨਹੀਂ ਹੋ। ਜੇ ਤੁਸੀਂ ਆਪਣਾ ਘਰ ਨਹੀਂ ਸੰਵਾਰਨਾ ਚਾਹੁੰਦੇ, ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਸਥਾਪਿਤ ਕਰਨਾ ਚਾਹੁੰਦੇ, ਤੁਸੀਂ ਕੋਈ ਐਫਰਟ ਨਹੀਂ ਕਰਨਾ ਚਾਹੁੰਦੇ, ਤੁਸੀਂ ਟਕਰਾਅ ਚਾਹੁੰਦੇ ਹੋ ਔਰ ਉਸ ਟਕਰਾਅ ਦੇ ਵਿੱਚੋਂ ਤੁਸੀਂ ਫਾਇਦਾ ਲੈਣਾ ਚਾਹੁੰਦੇ ਹੋ, ਬਿਜ਼ਨਸ ਕਰਨਾ ਚਾਹੁੰਦੇ ਹੋ, ਤਾਂ ਫਿਰ ਇਹ ਤਾਂ ਸਭ ਡਰਾਮਾ ਹੈ। ਇਹਦੇ ਡਰਾਮੇ 'ਚੋਂ ਤਾਂ ਕੁਝ ਨਿਕਲਣਾ ਨਹੀਂ। ਇਹ ਤਾਂ ਗੱਲ ਸਹੀ। ਸੋ ਗੱਲ ਸਿਰਫ ਇਹੀ ਹੈ, ਸਿੰਪਲ ਇਹੀ ਹੈ, ਭਾਵੇਂ ਉਹ ਘਰ ਦੇ ਮਸਲੇ ਹੋਣ, ਇਹ ਵੀ ਤਾਂ ਵੱਡਾ ਘਰ ਹੀ ਹੈ, ਦੁਨੀਆ ਇੱਕ ਵੱਡਾ ਘਰ ਹੈ, ਭਾਵੇਂ ਛੋਟੇ ਘਰ ਦੇ ਮਸਲੇ ਹੋਣ, ਵਿਸ਼ਵ ਦਾ ਇੱਕ ਵੱਡਾ ਘਰ ਹੈਗਾ, ਬਿਲਕੁਲ। ਔਰ ਭਾਵੇਂ ਵੱਡਾ ਘਰ ਹੋਵੇ, ਜਦੋਂ ਤੱਕ ਲੋਕ ਸਹੀ ਨਹੀਂ, ਜਿਨ੍ਹਾਂ ਦੇ ਹੱਥ 'ਚ ਪਾਵਰ ਹੈ, ਉਹਨਾਂ ਦੀ ਨੀਅਤ ਖੋਟੀ ਹੈ, ਜਦੋਂ ਤੱਕ, ਉਦੋਂ ਤੱਕ ਕੋਈ ਰਿਜ਼ਲਟਸ ਨਹੀਂ ਆਉਣਗੇ। ਵੈਸੇ ਇਸ ਗੱਲ 'ਚ ਪਤਾ ਕੀ ਹੋਇਆ ਕਿ ਜਦੋਂ ਪਹਿਲਾਂ ਸਾਰੀਆਂ ਕੰਟਰੀ ਇਕੱਠੀਆਂ ਸੀਗੀਆਂ, UNO ਵੀ ਕੰਮ ਕਰਦੇ ਸੀ, ਤੁਸੀਂ ਲੀਗ ਆਫ ਨੇਸ਼ਨ ਬਾਰੇ ਵੀ ਗੱਲ ਕੀਤੀ ਆ, ਉਦੋਂ ਮੰਨਦੇ ਸੀ ਇੱਕ ਦੂਜੇ ਦੀ ਗੱਲ, ਸਾਰਾ ਕੁਝ ਹੁੰਦਾ ਸੀ। ਜਦੋਂ
11 ਨਵੰਬਰ ਦੀ ਗੱਲ ਹੈ, ਇਹ 1966 ਦੀ, ਜਦੋਂ ਲਾਲ ਬਹਾਦਰ ਸ਼ਾਸਤਰੀ ਦੀ ਲੜਾਈ ਆਪਣੀ ਹੋਈ ਆ 65 ਦੀ, ਔਰ ਉਹਦੇ ਸਮਝੌਤੇ ਲਈ ਇੰਗਲੈਂਡ ਗਏ ਸੀਗੇ, ਉੱਥੇ ਉਹਨਾਂ ਦੀ ਵੈਸੇ ਡੈਥ ਹੋਈ ਹੈ। ਉਦੋਂ ਬਾਅਦ ਉਦੋਂ ਸਾਰਾ ਕੁਝ ਸਮੇਟਿਆ ਜਾਂਦਾ ਸੀ ਗੱਲ ਦਾ, ਜਦੋਂ ਪੀਸ ਆਫ ਮਾਈਂਡ ਨਾਲ ਜਾਂਦੇ ਲੋਕ, ਜਦੋਂ ਕਰਦੇ ਕਿ ਇੱਕ ਦੇਸ਼ 'ਚ ਲੜਾਈ ਲੱਗੀ, ਉਹਨਾਂ ਨੂੰ ਇਸ ਵੇਲੇ ਬੰਦ ਕਰਾਉਣਾ, ਅੱਗੇ ਤੋਂ ਨਹੀਂ ਲੱਗੂਗੀ, ਔਰ ਬਾਕਾਇਦਾ ਤੌਰ 'ਤੇ ਉਹ ਵੀ ਦੇਸ਼ ਮੰਨਦਾ, ਦੂਜੇ ਵੀ ਮੰਨ ਜਾਂਦੇ ਸੀ। ਹੁਣ ਇਸ ਦੇਸ਼ ਦੇ ਪਿੱਛੇ ਜਿਹੜੀਆਂ ਹੈਗੀਆਂ ਸੁਪਰ ਪਾਵਰਾਂ, ਵੱਡੇ ਘਰ, ਜਿਹੜੀ ਤੁਸੀਂ ਗੱਲ ਕੀਤੀ ਆ, ਉਹ ਵੱਡੇ ਘਰ ਜਿਹੜੇ ਹੈਗੇ ਕਿਸੇ ਦੇ ਪੈਰ ਨਹੀਂ ਲੱਗਣ ਦਿੰਦੇ ਕਿ ਚੌਧਰ ਸਾਡੀ ਰਵੇ। ਉਹ ਸੈਲਫ ਅਸੈਰਸ਼ਨ ਦੇ ਪਿੱਛੇ ਲੱਗਿਆ ਵੀ ਚੌਧਰ ਸਾਡੀ ਜੇ, ਬੱਲੇ ਬੱਲੇ ਸਾਡੀ ਹੋ ਜੇ, ਮਰੇ ਭਾਵੇਂ ਜਿਹੜੇ ਮਰਜੀ। ਉਹਨਾਂ ਨੂੰ ਮਰੇ ਤੇ ਜੀਏ ਦਾ ਨਹੀਂ ਕੋਈ ਮਤਲਬ ਹੈਗਾ, ਉਹਨਾਂ ਨੂੰ ਆਪਣੀ ਚੌਧਰ ਦਾ, ਆਪਣਾ ਨਾਂ ਦਾ, ਆਪਣੀ ਮੰਡੀ ਦਾ, ਆਪਣੇ ਵੈਪਨ ਵੇਚਣ ਦਾ। ਕਿਉਂਕਿ ਇਹਨਾਂ ਨੂੰ ਹੁੰਦਾ ਨਾ ਕਿ ਹਿਟਲਰ ਨੇ ਕਿਹਾ ਸੀ ਹਥਿਆਰ ਜਿਹੜੇ ਇਹਨਾਂ ਨੂੰ ਜੰਗਾਲ ਨਹੀਂ ਲੱਗਣ ਦੇਣਾ ਚਾਹੀਦਾ, ਇਹ ਜਿਹੜੇ ਆ ਕਬੂਤਰ ਮਾਰਨ ਲਈ ਨਹੀਂ ਬਣਾਏ ਜਾਂਦੇ, ਲੋਕ ਮਾਰਨ ਲਈ ਬਣਾਏ ਜਾਂਦੇ। ਇਹ ਗੱਲ ਇੱਦਾਂ ਦਾ ਮਨਸ਼ਾ ਹੈ। ਤੁਸੀਂ ਦੇਖੋ ਜਿਹੜੇ ਦੁਨੀਆ ਦੇ ਸਭ ਤੋਂ ਵੱਡੇ ਸਾਇੰਟਿਸਟ ਐਲਬਰਟ ਆਇਨਸਟਾਈਨ, ਜਿਹਨਾਂ ਨੂੰ ਆਪਾਂ ਮੰਨਦੇ ਹਾਂ, ਔਰ ਟੈਸਲਾ ਵੀ ਇੱਕ ਵੱਡੇ ਸਾਇੰਟਿਸਟ ਹੋਏ ਨੇ। ਹਾਲਾਂਕਿ ਐਲਬਰਟ ਆਇਨਸਟਾਈਨ ਟੈਸਲਾ ਨੂੰ ਆਪਣਾ ਗੁਰੂ ਮੰਨਦੇ ਨੇ। ਸੋ ਉਹਨਾਂ ਨੇ ਵੀ ਕਿਹਾ ਕਿ ਮਿਲਟਰੀ ਦੇ ਵਿੱਚ ਸਾਇੰਸ ਦਾ ਪ੍ਰਯੋਗ ਨਾ ਕਰੋ। ਸਾਇੰਸ ਦਾ ਪ੍ਰਯੋਗ ਹਮੇਸ਼ਾ ਦੁਨੀਆ ਦੇ ਭਲਾਈ ਲਈ, ਦੁਨੀਆ ਦੀ ਵੈਲਫੇਅਰ ਲਈ ਹੋਣਾ ਚਾਹੀਦਾ ਹੈ, ਵੈਲਬੀਇੰਗ ਲਈ ਹੋਣਾ ਚਾਹੀਦਾ ਹੈ। ਹਥਿਆਰਾਂ ਦੇ ਵਿੱਚ, ਮਿਲਟਰੀ ਦੇ ਵਿੱਚ ਸਾਇੰਸ ਦਾ ਪ੍ਰਯੋਗ ਨਾ ਕਰੋ, ਇਹਦੇ ਮਾਰੂ ਰਿਜ਼ਲਟ ਨਿਕਲਣਗੇ। ਔਰ ਉਹ ਸੈਕੰਡ ਵਰਲਡ ਵਾਰ ਵਾਲੇ ਅਸੀਂ ਦੇਖ ਹੀ ਲਏ, ਜਦੋਂ ਸੈਕੰਡ ਵਰਲਡ ਵਾਰ ਵੇਲੇ ਐਟਮ ਬੰਬ ਅਮਰੀਕਾ ਨੇ ਸੁੱਟੇ ਨੇ, ਕਿੱਥੇ ਕਿੱਥੇ ਮਰੇ ਲੋਕ, ਕਿੰਨੀ ਸੋ ਅੱਜ ਤਾਂ ਉਸ ਤੋਂ ਹਜ਼ਾਰਾਂ ਗੁਣਾ ਜ਼ਿਆਦਾ ਪਾਵਰਫੁਲ ਵੈਪਨਸ ਨੇ, ਔਰ ਮਿਜ਼ਾਈਲਾਂ ਬੈਠੇ ਬੈਠੇ ਜੋ ਮਰਜ਼ੀ ਕੀ ਰਿਜ਼ਲਟ ਨਿਕਲ ਸਕਦੇ ਨੇ। ਹੁਣ ਮੈਨ ਟੂ ਮੈਨ ਵਾਲੀ ਲੜਾਈ ਨਹੀਂ ਹੈਗੀ, ਹੁਣ ਵੈਪਨ ਟੂ ਵੈਪਨ ਉਹ ਹੈਗੀ। ਸੋ 에ਰੋ ਅਟੈਕ ਹੁੰਦੇ ਆ, ਜੈਟ ਆਉਂਦੇ ਆ, 에ਰੋ ਜੈਟ ਆਉਂਦੇ ਆ, ਉੱਥੋਂ ਬੰਬਾਰਮੈਂਟ ਹੁੰਦੀ ਆ, ਬੰਦਾ ਚਲਾ ਰਿਹਾ। ਅਸੀਂ ਤੇ ਅਰਦਾਸ ਹੀ ਕਰ ਸਕਦੇ ਆਪਣੇ ਪਲੇਟਫਾਰਮ ਤੋਂ, ਬਈ ਮਾਲਿਕ ਇਹਨਾਂ ਲੋਕਾਂ ਨੂੰ ਸੁਮੱਤ ਬਖਸ਼ੇ ਜਿਨ੍ਹਾਂ ਦੇ ਹੱਥ 'ਚ ਪਾਵਰ ਹੈਗੀ ਹੈ, ਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨ, ਆਪਣੇ ਸੌੜੇ ਹਿੱਤਾਂ ਨੂੰ ਛੱਡਣ, ਆਪਣੀ ਸੌੜੀ ਸੋਚ ਨੂੰ ਛੱਡਣ, ਵੱਡਾ ਦਿਲ ਕਰਨ, ਵੱਡੀ ਸੋਚ ਕਰਨ, ਤੇ ਸਭ ਦੀ ਭਲਾਈ ਵਾਸਤੇ ਕੰਮ ਕਰਨ। ਜੇ ਰੱਬ ਨੇ ਉਹਨਾਂ ਨੂੰ ਪਾਵਰ ਬਖਸ਼ੀ ਹੈ ਤਾਂ ਉਸ ਪਾਵਰ ਦਾ ਸਹੀ ਇਸਤੇਮਾਲ ਕਰਨ। ਔਰ ਕਹਿੰਦੇ ਨੇ ਨਾ, ਜਿੱਡੀ ਵੱਡੀ ਪਾਵਰ ਆ ਜਾਂਦੀ ਹੈ, ਓਡੀ ਵੱਡੀ ਜ਼ਿੰਮੇਵਾਰੀ ਵੀ ਤੁਹਾਡੇ ਨਾਲ ਆ ਜਾਂਦੀ ਹੈ। ਉਹ ਜ਼ਿੰਮੇਵਾਰੀ ਤੁਹਾਡੇ ਨਾਲ ਜੁੜੀ ਹੁੰਦੀ ਪਾਵਰ। ਜਿੱਡਾ ਵੱਡਾ ਸਿਰ ਓਡਾ ਸਿਰਹਾਣਾ ਹੁੰਦਾ, ਇਸੇ ਕਰਕੇ ਹੈਗਾ ਨਾ ਵੀ ਉਹਦਾ ਸਿਰਹਾਣਾ ਲੈਣਾ ਪੈਣਾ, ਨਿੱਕੇ ਸਿਰਹਾਣੇ ਨਾਲ ਨਹੀਂ ਗੱਲ ਬਣੂਗੀ। ਪਰ ਇਹਦੇ ਨਾਲ ਹੈਗਾ ਕਿ ਇੰਡੀਆ ਦਾ ਜਿਹੜਾ ਕੰਟਰੀਬਿਊਸ਼ਨ ਹੈ, ਯੋਗਦਾਨ ਹੈ, ਬਹੁਤ ਅੱਛਾ। ਉਹਨਾਂ ਨੇ ਜਿਹੜੀ ਆ ਗੱਲ ਬੈਲੈਂਸ ਕਰਨ ਵਾਲੇ ਪਾਸੇ ਲਿਆਂਦੀ ਸੀ ਕਿ ਇਹਦੇ 'ਚ ਸਹੀ ਪੀਸਫੁਲ ਡਿਸੀਜਨ ਹੋ ਜੇ, ਤਾਂ ਕਿ ਲੜਾਈ ਬੰਦ ਹੋ ਜੇ ਇੱਕਦਮ, ਤੇ ਸਾਰਾ ਕੁਝ ਹੋ ਜੇ। ਸਾਡੀ ਕੰਟਰੀਬਿਊਸ਼ਨ ਵਿੱਚ ਵੀ ਇੰਡੀਆ ਵਾਲਿਆਂ ਨੇ ਆਪਣਾ ਰੋਲ ਅਦਾ ਕਰ ਦਿੱਤਾ। ਪਰ ਜਦੋਂ ਹੁਣ ਵੱਡੇ ਪਾਵਰ ਆ, ਜਿਹੜੇ ਪਾਵਰਫੁਲ ਲੋਕ, ਜਿਨ੍ਹਾਂ ਦੇ ਹੱਥ 'ਚ ਪਾਵਰ ਹੈ, ਉਹਨਾਂ ਨੂੰ ਮਨਾਉਣਾ ਵੀ ਸੌਖੀ ਗੱਲ ਨਹੀਂ ਹੁੰਦੀ, ਉਹ ਔਖਾ। ਚਲੋ, ਏਸ਼ੀਅਨ ਵਿਜ਼ਡਮ ਦੀ ਹਮੇਸ਼ਾ ਹੀ ਜੈ ਜੈਕਾਰ ਹੁੰਦੀ ਹੈ ਦੁਨੀਆ ਦੇ ਵਿੱਚ। ਦੇਖੋ ਇਹ ਰਿਜ਼ਲਟ ਕਿੱਥੇ ਤੱਕ ਪਹੁੰਚਦਾ। ਚਲੋ, ਸਾਡੀ ਸਰਕਾਰ ਦਾ ਤਾਂ ਕੋਈ ਬੜਾ ਵੱਡਾ ਮੁੱਲਾ ਯੋਗਦਾਨ, ਉਹਨਾਂ ਨੇ ਚੰਗਾ ਕੰਮ ਕੀਤਾ, ਉਹਨਾਂ ਨੇ ਫੈਸਲੇ ਨੂੰ ਤੋਰਿਆ ਤਾਂ ਹੈਗਾ। ਤੇ ਕਿੱਥੇ ਕਿੱਥੇ ਮੀਟਿੰਗ ਹੋਈਆਂ, ਕੀ ਕੁਛ ਹੈ, ਕਿਸੇ ਨੇ ਇਸ ਪਾਸੇ ਆਉਣ ਦੀ ਬਹੁਤੀ ਉਹ ਸਮਰੱਥਾ ਨਹੀਂ ਦਿਖਾਈ। ਜੋ ਇੰਡੀਆ ਨੇ ਇਹ ਗੱਲ ਤੋਰੀ ਆ, ਚਲੋ ਕਿਤੇ ਨਾ ਕਿਤੇ ਦਾ ਕੋਈ ਨਾ ਕੋਈ ਤਾਂ ਸਿੱਟਾ ਨਿਕਲੂਗਾ, ਅੱਜ ਨਹੀਂ, ਕੱਲ ਨਹੀਂ, ਪਰਸੋਂ, 2-4 ਦਿਨਾਂ 'ਚ ਤਾਂ ਹੋਊਗਾ। ਕਿਉਂ ਨਹੀਂ, ਜ਼ਰੂਰ ਨਿਕਲਣਾ ਚਾਹੀਦਾ ਵੀ ਹੈ, ਮੌਕਾ ਇਹ ਹੈਗਾ ਜੀ। ਤੇ ਸੁਪਰੀਮ ਕੋਰਟ ਨੇ ਅੱਗੇ ਕਿਹਾ ਹੈ ਕਿ ਅਡਾਨੀ ਹਿੰਡਨਬਰਗ ਵਿਵਾਦ ਜਿਹੜਾ ਚੱਲ ਰਿਹਾ ਹੈ, ਔਰ ਉਹਦੀ ਜਾਂਚ ਵਾਸਤੇ ਇੱਕ ਕਮੇਟੀ ਕਾਇਮ ਕੀਤੀ ਗਈ। ਇਹ ਦੇਖੋ, ਤੁਸੀਂ ਅੱਜ ਖਬਰਾਂ ਜਿਹੜੀਆਂ ਚੜ੍ਹਦੀਆਂ ਤੋਂ ਲੈ ਰਹੇ ਜੇ, ਇਹ ਜਿਹੜੀ ਬੜੀ ਵੱਡੀ ਖਬਰ ਹੈਗੀ ਆ, ਪੂਰੇ ਇੰਡੀਆ 'ਚ ਨਹੀਂ, ਇਹ ਪੂਰੀ ਦੁਨੀਆ ਦੀ ਖਬਰ ਆ। ਅਡਾਨੀ ਜਿਹੜੀ ਆਈ ਹੈ ਖਬਰ, ਇਹਦੇ 'ਚ ਜਿਹੜੀ ਰਿਪੋਰਟ ਹਿੰਡਨਬਰਗ ਦੀ ਆ, ਇਹ ਜਿਹੜੀ ਅਡਾਨੀ ਕਾਂਡ ਹੀ ਬਣ ਗਿਆ ਇਹਦੇ ਵਿੱਚ ਇਸ ਕਰਕੇ ਬਣਿਆ ਕਿ ਇਹਦੇ ਭਰਾ ਦਾ ਵੀ ਨਾਂ ਲੱਗਿਆ ਸੀ, ਅਤੇ ਦੂਜੇ ਪਾਸੇ ਇਹ ਆਪ ਸਾਰੇ ਹੈਗੇ ਆ। ਇਹਨਾਂ ਵਿੱਚ ਜਿਹੜੀ ਸ਼ੇਅਰ ਬਾਜ਼ਾਰ ਆ, ਉਹਦੇ ਵਿੱਚ ਕੀ ਕੁਛ ਹੋਇਆ, ਕੀ ਨੁਕਸਾਨ ਹੋਇਆ, ਕਿੱਥੇ ਕਿੱਥੇ ਲੋਕਾਂ ਨੇ ਪੈਸਾ ਬਰਬਾਦ ਕੀਤਾ, ਔਰ ਉਹਦੀ ਰਿਪੋਰਟ ਜਿਹੜੀ ਆ ਉਹ ਹੁਣ ਇਹਨਾਂ ਨੇ ਲਕਾਈ ਸੀ, ਸਾਰਾ ਕੁਝ ਕੀਤਾ ਸੀ। ਪਰ ਸੁਪਰੀਮ ਕੋਰਟ ਨੇ ਇਸ ਵੇਲੇ ਜਿਹੜਾ ਫੈਸਲਾ ਦਿੱਤਾ, ਉਹਦੇ 'ਚ ਇਹਨਾਂ ਕਹਿਤਾ ਕਿ ਕਮੇਟੀ ਬਣ ਗਈ, ਇਹ 'ਚ 6 ਮੈਂਬਰ ਆ, ਜਿਸ 'ਚ SBI ਦਾ ਵੀ ਹੈਡਿਕ ਲੈ ਲਿਆ ਉਹਨਾਂ ਨੇ, ਬਾਕੀ ਜਿਹੜੇ ਆ ਮਹਿਕਮੇ ਉਹਨਾਂ 'ਚ ਵੀ ਲੈ ਲਿਆ ਹੈਗਾ, ਸੁਪਰੀਮ ਕੋਰਟ ਦੇ ਵੀ ਜੱਜ ਆ ਗਏ ਉਹਦੇ 'ਚ। ਔਰ ਇਹ ਬਿਲਕੁਲ ਇੱਕ ਬਹੁਤ ਵੱਡੀ ਕਮੇਟੀ ਬਣ ਗਈ ਆ, ਔਰ ਲਿਫਾਫਾ ਬੰਦ ਰਿਪੋਰਟ ਦੇਣਗੇ ਕਿ ਕੌਣ ਜ਼ਿੰਮੇਵਾਰ ਹੈਗਾ। ਔਰ ਇਹ 2-4 ਦਿਨਾਂ ਦੇ ਵਿੱਚ ਇਹਦੇ 'ਤੇ ਤਬਦੀਲ ਸ਼ੁਰੂ ਹੋ ਜਾਣੀ ਆ। ਔਰ ਇਹ ਖਾਸ ਕਰਕੇ ਜਿਹੜੀ ਵਿਰੋਧੀ ਪਾਰਟੀਆਂ ਨੇ, ਕਾਂਗਰਸ ਜਿਹੜੀ ਨੈਸ਼ਨਲ ਪਾਰਟੀ ਆ, ਉਹਨੇ ਇਹਦੇ 'ਚ ਪੂਰਾ ਜ਼ੋਰ ਲਾਇਆ, ਪੱਬਾਂ ਤੱਕ ਜ਼ੋਰ ਲਾ ਕੇ ਉਹਨਾਂ ਨੇ ਇਸ ਫੈਸਲੇ ਵਾਲੇ ਪਾਸੇ ਨੂੰ ਸਰਕਾਰ ਦਾ ਰੁਖ ਮੋੜਿਆ। ਇਸ ਕਰਕੇ ਨਹੀਂ ਤਾਂ ਸਰਕਾਰ ਨੇ ਇਹਨੂੰ ਦੂਜੇ ਪਾਸੇ ਤੋਰਤਾ ਸੀ, ਇਹਦਾ ਜਿਹੜਾ ਰਸਤਾ ਹੀ ਬਦਲਤਾ ਸੀ ਉਹਨਾਂ ਨੇ। ਅਤੇ ਉਹਨਾਂ ਨੇ ਪਹਿਲਾਂ ਕਿਹਾ ਸੀ ਕਮੇਟੀ ਉਹਦੇ ਬੰਦ ਲਿਫਾਫਿਆਂ 'ਚ ਆਉਣਗੇ ਨਾਮ, ਅਤੇ ਅਸੀਂ ਦੇਖਾਂਗੇ ਕੌਣ ਕੌਣ ਹੈਗਾ। ਅੱਜ ਉਹਨਾਂ ਦੇ ਨਾਂ ਛਾਇਆ ਹੋ ਗਏ ਆ, ਕੌਣ ਕੌਣ ਬੰਦਾ, ਪਰ ਉਹਦੇ 'ਤੇ ਕਿਸੇ ਦਾ ਇਤਰਾਜ਼ ਨਹੀਂ। ਉਹਨਾਂ ਨੇ ਪ੍ਰੋੜਤਾ ਦਿੱਤੀ ਹੈ, ਸਾਰਿਆਂ ਨੇ ਕਹਿਤਾ ਕਿ ਠੀਕ ਹੈਗਾ। ਉਹਦੇ ਬਾਅਦ ਦੇਖੋ ਬੰਦੇ ਇਮਾਨਦਾਰ ਆ ਗਏ 6 ਦੇ 6। ਹੁਣ ਉਹਦੇ ਵਿੱਚ ਇਹ ਲੱਭਣਗੇ ਲਕੂਨਾ, ਔਰ ਉਸ ਭੇਦ ਤੱਕ ਜਾਣਗੇ, ਉਹ ਜੜ੍ਹਾਂ ਤੱਕ ਜਾਣਗੇ ਕਿ ਕਿੱਥੋਂ ਚੁਣੌਤੀ ਲੱਗੀ, ਕਿੱਥੋਂ ਧੂੰਆਂ ਹੋਇਆ,
ਔਰ ਉਸ ਧੂਏ ਦੇ ਉੱਤੇ ਭਬਾਕਾ ਕੀ ਬਣ ਰਿਹਾ, ਕੀ ਕੁਛ ਹੋਣਾ, ਔਰ ਜਿਹੜਾ ਹਡਾਨੀ ਬ੍ਰਦਰ ਨੇ ਉਹਨਾਂ ਦੇ ਵਿੱਚੋਂ ਜੋ ਕੁਛ ਉਹਨਾਂ ਨੇ ਇਸ ਵੇਲੇ ਖੱਟਿਆ ਕਮਾਇਆ, ਉਹ ਸਾਰਾ ਕੁਛ ਉਹਨਾਂ ਕੋਲ ਬਰਾਮਦ ਵੀ ਕੀਤਾ ਜਾ ਸਕਦਾ। ਔਰ ਉੱਧਰੋਂ ਉਹਨਾਂ ਨੇ ਕਹਿ ਦਿੱਤਾ ਕਿ ਸਾਡੇ ਲਈ ਕੋਈ ਇੱਦਾਂ ਦੀ ਗੱਲ ਨਹੀਂ, ਅਸੀਂ ਇਸ ਗੱਲ ਤੋਂ ਡਰਦੇ ਵੀ ਨਹੀਂ ਗੇ, ਜੋ ਕੁਛ ਹੈਗਾ ਅਸੀਂ ਇਹਨੂੰ ਫੇਸ ਕਰਾਂਗੇ। ਔਰ ਉਹਦੇ ਨਾਲ ਸਾਨੂੰ ਇਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ। ਜੋ ਕਮੇਟੀ ਬਣ ਗਈ ਆ ਅਸੀਂ ਉਹਦੇ ਕੋਲ ਵੇਖਾਂਗੇ ਕਿ ਕੀ ਜਿਹੜੇ ਤੱਥ ਸਾਹਮਣੇ ਲਿਆਉਂਦੀ, ਕੀ ਫੈਕਟ ਲਿਆਉਂਦੀ ਹੈ। ਔਰ ਇਹ ਚਰਚਾ ਪੂਰੇ ਅਮਰੀਕਾ 'ਚ ਵੀ ਹੈਗੀ ਆਲਰੇਡੀ, ਔਰ ਉਹਦੇ 'ਚ ਨਾਲ ਦਾ ਬ੍ਰਿਟੇਨ ਵਾਲੇ ਪਾਸੇ ਵੀ ਚਲੇ ਗਿਆ, ਕਿਉਂਕਿ ਮੁੱਦਾ ਹਿੰਦੁਸਤਾਨ ਦਾ ਨਹੀਂ ਸੀਗਾ। ਇਹ ਨਾਲ ਦਾ ਇਹ ਰਿਪੋਰਟ ਬਾਹਰਲੇ ਅਮਰੀਕਾ ਤੋਂ ਆਈ ਹੈ, ਔਰ ਉਹਦੇ ਵਿੱਚ ਉਸ ਰਿਪੋਰਟ ਨੂੰ ਇਹਨਾਂ ਨੇ ਲੁਕਾ ਲਿਆ ਹੈ, ਇਹ ਗੌਰਮੈਂਟ ਨੇ। ਜਿਸ ਤਰ੍ਹਾਂ BBC ਦੀ ਉਹ ਆਈ ਸੀ ਇੱਕ ਡਾਕੂਮੈਂਟਰੀ, ਉਹਦਾ ਵੀ ਅਜੇ ਕਿਸੇ ਪਾਸੇ ਦਿਖਾਉਣ ਤੋਂ ਇਹਨਾਂ ਨੇ ਕਿਹਾ ਵੀ ਨਹੀਂ, ਇਹਨੂੰ ਸਕਰੀਨਿੰਗ ਨਹੀਂ ਕਰਨੀ। ਉਹ ਸਕਰੀਨਿੰਗ ਬੰਦ ਕਰ ਦਿੱਤੀ। ਇਹਦਾ ਵੀ ਇਹਨਾਂ ਨੇ ਕਹਿਤਾ ਵੀ ਇਹਦਾ ਜਿਹੜੇ ਵੀ ਕਿਤੇ ਲੂਪ ਹੋਲ ਆ ਨਹੀਂ ਕਿਸੇ ਪਾਸੇ ਪਤਾ ਲੱਗਣ ਦੇਣਾ। ਜੇ ਗੱਲ ਨੱਪੀ ਰਹਿੰਦੀ ਤਾਂ ਨੱਪੀ ਰਹਿੰਦੀ, ਪਰ ਜਦੋਂ ਹੁਣ ਗੱਲ ਬਾਹਰ ਆ ਗਈ ਆ, ਜਦੋਂ ਇਹਦੇ 'ਤੇ ਭਬਾਕਾ ਬਣਨਾ, ਉਹ ਧੂੰਆਂ ਰੌਲੀ ਹੋਈ ਆ, ਭਬਾਕਾ ਬਣ ਕੇ ਹੁਣ ਜੋ ਉਦੋਂ ਫਟਣਾ ਉਹ ਨਿਕਲ ਜਾਣਾ 2-4 ਦਿਨਾਂ 'ਚ। ਲੋਕਾਂ ਨੂੰ, ਜਿਹੜੀ ਆਮ ਜਨਤਾ ਵੇਖ ਰਹੀ ਆ, ਸੋਚ ਰਹੀ ਆ ਕੀ ਕਰ ਰਹੀ ਆ, ਕਿ ਕੀ ਨਿਕਲੂਗਾ ਇਸ ਪਟਾਰੀ 'ਚੋਂ, ਕਿਹੜਾ ਸੱਪ ਨਿਕਲਣਾ, ਉਹ ਨਿਕਲ ਹੀ ਜਾਣਾ 2-4 ਦਿਨਾਂ 'ਚ। ਐਕਚੁਅਲੀ ਸਾਰੇ ਐਕਸਪਰਟਸ ਵਰਲਡ ਵਾਈਡ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਪਏ ਨੇ ਕਿ ਇੰਨੀ ਗੱਲ ਹੋ ਗਈ, ਇੰਨਾ ਵਿਵਾਦ ਹੋਇਆ, ਇੰਨੀਆਂ ਡਿਸਕਸ਼ਨਸ, ਪੂਰਾ ਇੰਟਰਨੈਸ਼ਨਲ ਮੀਡੀਆ ਇਹਦੇ ਉੱਤੇ ਗੱਲ ਕਰਦਾ ਪਿਆ, ਪਰ ਸਾਡੀ ਜੋ ਕੇਂਦਰ ਸਰਕਾਰ ਹੈ ਉਹਨਾਂ ਵੱਲੋਂ ਕੋਈ ਇਹਦੇ ਉੱਤੇ ਪ੍ਰਤੀਕਿਰਿਆ ਰਿਐਕਸ਼ਨ ਨਹੀਂ ਆਇਆ। ਸਹੀ ਗੱਲ, ਇਹਦੇ 'ਤੇ ਇਸੇ ਕਰਕੇ ਨਾ ਆਇਆ। ਪਹਿਲਾਂ ਤਾਂ ਪਾਰਲੀਮੈਂਟ 'ਚ ਰੌਲਾ ਪਿਆ ਹੈ। ਕੇਂਦਰ ਸਰਕਾਰ ਡੋਮੀਨੇਟਿੰਗ ਜਿਹੜੀ ਸਰਕਾਰ ਹੈ, ਰੂਲਿੰਗ ਪਾਰਟੀ ਹੈ, ਉਹਨਾਂ ਨੇ ਲੰਮ ਝੰਮ ਜੋ ਕੁਛ ਕੀਤਾ, ਉਹਨਾਂ ਨੇ ਝਾੜ ਝੰਮ ਕੇ ਸਾਰੇ ਪਾਸੇ ਵਿਰੋਧੀ ਪਾਰਟੀਆਂ ਨੂੰ ਨੁੱਕਰੇ ਲਾ ਦਿੱਤਾ। ਰੌਲਾ ਪੈਣੋਂ ਹਟ ਗਿਆ। ਫਿਰ ਰਾਹੁਲ ਗਾਂਧੀ ਨੇ ਵੀ ਜਿਹੜਾ ਆ ਕੇ ਰਾਗ ਲਾਪਿਆ ਵੀ ਇਹ ਦੁਬਾਰਾ ਜਿਹੜੀ ਇਹ ਗੱਲ ਕਿੱਥੇ ਗਈ, ਅਸੀਂ ਉੱਥੋਂ ਮੰਗਿਆ ਸੀਗਾ ਵੀ ਇਹਦੇ 'ਤੇ ਚਰਚਾ ਹੋਵੇ, ਇਹਦੇ 'ਤੇ ਡਿਸਕਸ ਹੋਣਾ ਚਾਹੀਦਾ, ਅਸੀਂ ਮੁੱਦਾ ਉਠਾਇਆ ਸੀ, ਨਹੀਂ ਕੀਤਾ ਗਿਆ। ਫਿਰ ਉਹ 'ਚ ਵਿਰੋਧੀ ਪਾਰਟੀ ਸਾਰੀਆਂ ਇਕੱਠੀਆਂ ਹੋ ਗਈਆਂ। ਨਿਤਿਸ਼ ਕੁਮਾਰ ਨੇ ਬਿਆਨ ਦਿੱਤਾ, ਔਰ ਮਮਤਾ ਬੈਨਰਜੀ, ਔਰ ਸਾਰੇ ਇਕੱਠੇ ਹੋ ਗਏ। ਉਹ ਇਕੱਠੇ ਹੋਣ ਨਾਲ ਪਾਵਰਫੁਲ ਬਣ ਗਿਆ ਜੋ ਕਰਨਾ ਚਾਹੁੰਦੇ ਸੀ। ਉਹ ਇਸ਼ੂ ਇਸ ਤਰ੍ਹਾਂ ਦਾ ਬਣਿਆ। ਫਿਰ ਜਿਹੜੀ ਰੂਲਿੰਗ ਪਾਰਟੀ ਨੂੰ ਲੱਗਿਆ ਕਿ ਗੱਲ ਇਸ ਵੇਲੇ ਹੈਗੀ ਆ, ਇਲੈਕਸ਼ਨ ਆ ਰਹੀ ਆ, ਜੇ ਅਸੀਂ ਇਹਨੂੰ ਇੱਕ ਪਾਸੇ ਲੁਕਾ ਲਿਆ ਜਾਂ ਕੁਛ ਕੀਤਾ, ਤਾਂ ਲੋਕਾਂ ਨੇ ਤਾਂ ਕਹਿਣਾ ਵੀ ਇਹ ਬੜਾ ਕੁਝ ਲੁਕਾ ਕੇ ਬੈਠੇ ਆ, ਇਹ ਆਪਣੀ ਬੁੱਕਲ ਦੇ ਵਿੱਚ ਚੋਰ ਲਗਾ ਕੇ ਬੈਠੇ ਆ, ਉਹ ਕਿੱਧਰ ਗਏ? ਹੁਣ ਬੁੱਕਲ ਨੂੰ ਖੋਲ੍ਹੋ ਅਤੇ ਚੋਰ ਦਿਖਾਓ ਕਿੱਥੇ ਬੈਠਾ। ਉਹ ਇਸੇ ਗੱਲ ਕਰਕੇ ਇਹਨਾਂ ਨੂੰ ਕਮੇਟੀ ਬਣਾਉਣੀ ਪਈ ਫੌਰੀ ਤੌਰ 'ਤੇ, ਔਰ ਕਮੇਟੀ ਦੇ ਵਿੱਚ ਇਹਨਾਂ ਨੇ ਬੰਦੇ ਅਨਾਉਂਸ ਕਰ ਦਿੱਤੇ ਆ ਕਿਹੜੇ ਕਿਹੜੇ ਮੈਂਬਰਸ ਆ ਰਹੇ ਆ, ਔਰ ਉਹ 'ਚ ਸੁਪਰੀਮ ਕੋਰਟ ਦੇ ਜੱਜ ਵੀ ਆ ਗਏ ਆ, ਉਹਦੇ 'ਚ ਬਾਕੀ ਜਿਹੜੇ ਸਿਵਲ ਤੋਂ ਵਿੱਚੋਂ ਜਿਹੜੇ ਬੰਦੇ ਸਲਾਹਕਾਰ ਨੇ ਉਹ ਵੀ ਉਹਨਾਂ ਨੇ ਮੈਂਬਰਸ ਲੈ ਲਏ ਆ। ਹੁਣ ਇਸੇ ਕਰਕੇ ਉਹਦੇ 'ਚ ਲੋਕਾਂ ਦੀ ਤਾਂ ਇਹ ਉਮੀਦ ਹੈ ਕਿ ਲੋਕ ਵੇਖਣਾ ਚਾਹੁੰਦੇ ਆ ਵੀ ਇਹਦੇ ਵਿੱਚੋਂ ਕੀ ਕੁਛ ਨਿਕਲਣਾ। ਉਹ ਆਂਦੇ ਵੀ ਤੇਰੀ ਬੁੱਕਲ ਦੇ ਵਿੱਚ ਚੋਰ ਹੈ ਨਾ, ਅਤੇ ਨਹੀਂ ਕੋਈ ਬੈਠਾ ਕੋਈ ਹੋਰ, ਤੇਰੀ ਬੁੱਕਲ ਦੇ ਵਿੱਚ ਚੋਰ। ਹੁਣ ਚੋਰ ਕੱਢਣਾ ਚਾਹ ਰਹੇ ਲੋਕ। ਕੀ ਹੈ ਐਕਚੁਅਲੀ ਕੁਛ ਨਾ ਕੁਛ ਫਿਸ਼ੀ ਤੇ ਜ਼ਰੂਰ ਹੈ। ਜੀ ਸਭ ਕੁਝ ਦੁੱਧ ਧੋਤਾ ਤੇ ਨਹੀਂ ਹੈ। ਨਹੀਂ ਗੱਲ, ਇਹ ਤੇ ਗੱਲ ਬਿਲਕੁਲ ਕਲੀਅਰ ਹੈ, ਕਿਉਂਕਿ ਜਿੱਦਾਂ ਦੀਆਂ ਖਬਰਾਂ ਆ ਰਹੀਆਂ ਨੇ, ਐਕਸਪਰਟਸ ਜਿੱਦਾਂ ਡਿਸਕਸ ਕਰ ਰਹੇ ਨੇ, ਉੱਥੋਂ ਹੀ ਅੰਦਾਜ਼ਾ ਅਸੀਂ ਲਗਾ ਸਕਦੇ ਹਾਂ ਕਿ ਸਭ ਕੁਝ ਦੁੱਧ ਧੋਤਾ ਨਹੀਂ ਹੈ। ਕੁਝ ਨਾ ਕੁਝ ਗੜਬੜ ਜ਼ਰੂਰ ਹੈ। ਦਾਲ ਵਿੱਚ ਕਾਲਾ ਜਿਹਨੂੰ ਕਹਿੰਦੇ ਆਪਾਂ, ਫਿਸ਼ੀ ਹੈ ਕੁਛ ਨਾ ਕੁਛ। ਹੁਣ ਉਹ ਕੀ ਹੋਏਗਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਉਹ ਜ਼ਰੂਰੀ ਹੈ ਕਿ ਇਹ ਜਾਂਚ ਕਮੇਟੀ ਕਿੰਨੀ ਫੇਅਰ ਹੈ ਔਰ ਕਿੰਨੀ ਫੇਅਰ ਤਰੀਕੇ ਨਾਲ ਇਹ ਕਰਦੀ ਹੈ ਜਾਂਚ। ਇਹਦੇ ਉੱਤੇ ਕੋਈ ਪੋਲੀਟੀਕਲ ਪ੍ਰੈਸ਼ਰ ਜਾਂ ਕਿਸੇ ਹੋਰ ਤਰ੍ਹਾਂ ਦੇ ਕੋਈ ਪ੍ਰੈਸ਼ਰਸ ਤਾਂ ਨਹੀਂ ਪੈ ਜਾਂਦੇ ਕਿ ਜਾਂਚ ਵਿੱਚੋਂ ਹੀ ਗੋਲਮੋਲ ਹੋ ਜਾਵੇ ਜਾਂ ਅੱਧੀ ਅਧੂਰੀ ਹੋਵੇ। ਕੁਝ ਨਹੀਂ ਪਤਾ ਲੱਗਦਾ ਕਈ ਵਾਰ, ਕਿਉਂਕਿ ਸਾਡੇ ਦੇਸ਼ ਦਾ ਮਾਹੌਲ ਹੀ ਇਦਾਂ ਦਾ ਬਣਿਆ ਹੋਇਆ ਇਸ ਵਕਤ। ਕਈ ਕਵਾਈ ਵੀ ਹੋਣੀ ਆ, ਕਈ ਵਾਰੀ ਹੁੰਦਾ ਪੈਸਾ ਵੀ ਚੱਲਦਾ, ਕਈ ਕੁਝ ਚੱਲਦਾ, ਕਿਉਂਕਿ ਸਾਡੇ ਦੇਸ਼ ਦਾ ਮਾਹੌਲ ਇਦਾਂ ਦਾ ਹੈ। ਇਹੀ ਹੈ, ਕਰਪਸ਼ਨ ਨੰਬਰ 1 ਤੇ ਚੱਲਦੀ ਪਈ ਹੈ। ਯਕੀਨ ਕਰਨਾ ਤੁਹਾਨੂੰ ਪਤਾ ਔਖਾ ਕਿਸੇ ਤੇ ਵੀ 100 ਖਾਵੇ, 100% ਸੱਚ ਬੋਲਣ ਵਾਲਾ ਹੋਵੇ, ਉਹਦਾ ਪਤਾ ਨਹੀਂ ਕਿਹੜੇ ਵੇਲੇ ਮੁੱਕਰ ਜਾਣਾ ਉਹਨੇ। ਬਿਲਕੁਲ, ਹੁਣੇ ਕੀ ਗੇਮ ਹੋਣੀ ਹੈ ਇਹ ਤਾਂ ਪਤਾ ਨਹੀਂ, ਪਰ ਸਭ ਕੁਝ ਫੇਅਰ ਹੋਵੇ ਤਾਂ ਬਹੁਤ ਵਧੀਆ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਵੇ ਤਾਂ ਬਹੁਤ ਵਧੀਆ। ਉਹੀ ਦੇਸ਼ ਹਿੱਤ ਦੇ ਵਿੱਚ ਹੋਏਗਾ, ਉਹੀ ਦੇਸ਼ ਵਾਸੀਆਂ ਦੇ ਹਿੱਤ ਵਿੱਚ ਹੋਏਗਾ। ਆਪਾਂ ਅੱਗੇ ਚੱਲਦੇ ਹਾਂ ਜੀ। ਤ੍ਰਿਪੁਰਾ ਤੇ ਨਾਗਾਲੈਂਡ ਵਿੱਚ ਮੁੜ ਭਾਜਪਾ ਗੱਠਜੋੜ ਸਰਕਾਰ ਬਣੀ। ਆ ਦੇਖ ਲਓ ਕਿ ਜਿਹੜੀਆਂ ਇਲੈਕਸ਼ਨ ਹੁਣੇ ਆਈਆਂ, ਪਹਿਲਾਂ ਤਾਂ ਜਿਹੜੀਆਂ ਆਪੋਜੀਸ਼ਨ ਨੇ ਕਹਿ ਦਿੱਤਾ ਹੈਗਾ, ਕਾਂਗਰਸ ਨੇ ਖਾਸ ਤੌਰ 'ਤੇ ਕਿਹਾ ਸੀਗਾ ਜਦੋਂ ਇਹਨਾਂ ਦਾ ਸੰਮੇਲਨ ਸੀਗਾ ਝਾਰਖੰਡ, ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਇਹ ਅਸੀਂ ਸਾਰਿਆਂ ਨੂੰ ਸੰਬੋਧਨ ਕਰਦੇ ਹਾਂ। ਉਹ 'ਚ ਖੜਕੇ ਸਾਹਿਬ ਨੇ ਵੀ ਕਿਹਾ ਸੀਗਾ, ਉਹਦੇ ਵਿੱਚ ਰਾਹੁਲ ਗਾਂਧੀ ਨੇ ਵੀ ਕਿਹਾ ਸੀਗਾ ਕਿ ਆਉਣ ਵਾਲਾ ਜਿਹੜਾ ਸਾਡਾ ਇਹ ਹੈਗਾ, ਇਹ ਸਾਡੇ ਲਈ ਇਹ ਬਿਲਕੁਲ ਇੱਕ ਜਿਹੜਾ ਵੇਖਣੀ ਝਲਕ ਹੀ ਹੈਗੀ ਆ। ਇਸ ਝਲਕ 'ਚੋਂ ਪਤਾ ਲੱਗ ਜੂਗਾ ਕਿ ਆਉਣ ਵਾਲਾ ਸਮਾਂ ਸਾਨੂੰ ਜਿਤਾਏਗਾ ਜਾਂ ਰੂਲਿੰਗ ਪਾਰਟੀ ਨੂੰ ਜਿਤਾਊਗਾ। ਅਸੀਂ ਇਹ ਸੋਚਦੇ ਹਾਂ ਕਿ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਨਾਗਾਲੈਂਡ, ਤ੍ਰਿਪੁਰਾ ਅਤੇ ਇੱਧਰ ਬਾਕੀ ਸੂਬਿਆਂ ਵਿੱਚ,
ਉਹਨਾਂ ਵਿੱਚੋਂ ਸਾਨੂੰ ਪਤਾ ਲੱਗ ਜੂਗਾ ਤੇ ਅਸੀਂ ਜਿੱਤ ਗਏ ਤੇ ਅਸੀਂ ਜਿੱਤਾਂਗੇ, ਜੇ ਇਹ ਜਿੱਤੇ ਤੇ ਇਹ ਜਿੱਤਣਗੇ। ਪਰ ਗੱਲ ਉਹਦੇ ਉਲਟੀ ਹੋਈ। ਐਗਜ਼ੈਕਟ ਪੋਲ ਦੇ ਵਿੱਚ ਵੀ ਇਹਨਾਂ ਕਿਹਾ ਸੀ ਕਿ ਬੀਜੇਪੀ ਦਾ ਗੱਠਜੋੜ ਹੀ ਅੱਗੇ ਆਊਗਾ, ਤੇ ਹੁਣ ਵੀ ਗੱਲ ਉਹ ਬਿਲਕੁਲ ਉੱਥੇ ਆ ਕੇ ਨਿਬੜ ਗਈ। ਇਸ ਵੇਲੇ ਬੀਜੇਪੀ ਜਿਹੜੀ ਹੈਗੀ ਆਪਣੇ ਗੱਠਜੋੜ ਨਾਲ ਇਹਨਾਂ 2 ਸਟੇਟਾਂ ਤੋਂ ਅੱਗੇ ਨਿਕਲ ਗਈ ਹੈ, ਔਰ ਬਾਕੀ ਸਟੇਟ ਜਿਹੜੇ ਆ ਉਹਨਾਂ ਵਿੱਚ ਵੀ ਜਿੱਥੇ ਜਿੱਥੇ ਗਏ ਆ ਉੱਥੇ ਬੀਜੇਪੀ ਹੀ ਮੋਹਰੀ ਰਹੀ। ਔਰ ਲੋਕਾਂ ਨੂੰ, ਕਾਂਗਰਸ ਨੂੰ ਇਹ ਸੀਗਾ ਕਿ ਜਦੋਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ, ਬਿਲਕੁਲ ਉਹਦਾ ਅਸਰ ਵੇਖਣਾ ਚਾਹੁੰਦੇ ਸੀ ਵੀ ਲੋਕਾਂ ਨੂੰ ਇਹਨਾਂ ਨੇ ਬੜੇ ਮਿਲੇ ਆ, ਲੋਕ ਤਾਂ ਇਹਨਾਂ ਨੂੰ ਜੱਫੀਆਂ ਪਾਉਣੋਂ ਨਹੀਂ ਹਟਦੇ, ਔਰ ਲੋਕ ਇਹਨਾਂ ਨੂੰ ਖਾਣਾ ਖਵਾਉਣੋਂ ਨਹੀਂ ਹਟਦੇ। ਤੇ ਉਹਦੇ ਵਿੱਚ ਸਹੁੰ ਖਾ ਖਾ ਕੇ ਕਹਿ ਰਿਹਾ ਕਿ ਅਸੀਂ ਤੁਹਾਡੇ ਨਾਲ ਹੀ ਰਹਾਂਗੇ, ਸਾਨੂੰ ਹੋਰ ਕਿਸੇ ਦੇ ਨਾਲ ਜਾਣ ਦੀ ਕੋਈ ਵੀ ਇਸ ਤਰ੍ਹਾਂ ਦੀ ਗੁੰਜਾਇਸ਼ ਨਹੀਂ, ਅਸੀਂ ਤੁਹਾਡੇ ਆ, ਤੁਸੀਂ ਸਾਡੇ ਜੇ। ਔਰ ਉਹ ਇਸ ਗੱਲ ਨੂੰ ਲੈ ਕੇ ਬਹਿ ਗਏ ਕਿ ਹੁਣ ਵੋਟਾਂ ਤਾਂ ਆ ਗਈਆਂ, ਹੁਣ ਵੇਖੋ ਕੀ ਇਹਦੇ 'ਤੇ ਜਿਹੜੀ ਆ ਝਾਤ ਪਾ ਕੇ ਵੇਨੇ ਆ। ਉਹ ਵੈਸੇ ਝਾਤ ਜਿਹੜੀ ਆ ਉਲਟੀ ਰਹੀ। ਉਹਦੇ ਵਿੱਚ ਬੀਜੇਪੀ ਆਪਣਾ ਫਿਰ ਉਹੀ ਪੱਲਾ ਬਣਾ ਗਈ, ਉਹਨੇ ਉਸੇ ਤਰ੍ਹਾਂ ਉੱਥੇ ਆਪਣਾ ਦਾਰੋਦਾਰ ਬਣਾ ਕੇ ਸਰਕਾਰਾਂ ਬਣਾ ਲਈਆਂ। ਔਰ ਉਹਦੇ ਵਿੱਚ ਬਾਕੀ ਜਿੱਥੇ ਹੋਰ ਹੋਣ ਵਾਲੀਆਂ ਜਿਮਨੀ ਚੋਣਾਂ ਵੀ ਆ, ਦਿੱਲੀ ਦੀਆਂ ਜਿਮਨੀ ਚੋਣਾਂ 'ਚ ਵੀ ਬੀਜੇਪੀ ਬਹੁਤ ਅੱਗੇ ਰਹੀ ਆ। ਬਾਕੀ ਤਾਂ ਜਿਹੜੀਆਂ ਪਾਰਟੀਆਂ ਉਹ ਤਾਂ ਇਹਨਾਂ ਨੇ ਰਹੀਆਂ। ਅਸਲ 'ਚ ਖੰਨਾ ਜੀ ਪਤਾ ਕੀ ਹੁੰਦਾ, ਜਿਹੜੇ ਤਖ਼ਤ 'ਤੇ ਬੈਠੇ ਆ, ਜਿਨ੍ਹਾਂ ਕੋਲ ਸਾਰੀ ਮਸ਼ੀਨਰੀ ਉਹਨਾਂ ਦੇ ਅੰਡਰ ਆ, ਜਿਨ੍ਹਾਂ ਕੋਲ ਸਾਰੀ ਪਬਲਿਕ ਉਹਨਾਂ ਦੇ ਅੰਡਰ ਆ, ਉਹਨਾਂ ਦਾ ਹੁਕਮ, ਉਹਨਾਂ ਦਾ ਕਹਿਣਾ, ਉਹਨਾਂ ਦਾ ਚੱਲੂਗਾ ਜਿੰਨੀ ਦੇਰ ਉਹ ਤਖ਼ਤ 'ਤੇ ਬੈਠੇ ਆ। ਉਹਦੇ ਬਾਅਦ ਦੂਜਿਆਂ ਨੂੰ ਤਾਂ ਕੋਈ ਜਾਣਦੇ ਨੂੰ ਆਉਂਦੇ, ਤਾਂ ਉਹ ਵੀ ਤੁਰੇ ਫਿਰਦੇ ਸੜਕਾਂ 'ਤੇ। ਤਖ਼ਤ 'ਤੇ ਬੈਠੇ ਦੀ ਆਓ ਭਗਤ, ਵੈਲਕਮ, ਉਹਦਾ ਸਾਰਾ ਆਦਰ ਮਾਣ ਕਰਦੇ ਲੋਕ, ਔਰ ਹੁੰਦਾ ਰਹਿੰਦਾ। ਲੋਕਾਂ ਨੂੰ ਨਾ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਕਿਹੜੀ ਪਾਰਟੀ ਆ ਰਹੀ ਹੈ ਤੇ ਕਿਹੜੀ ਪਾਰਟੀ ਨਹੀਂ ਆ ਰਹੀ। ਲੋਕਾਂ ਨੂੰ ਇਸ ਗੱਲ ਨਾਲ ਮਤਲਬ ਹੁੰਦਾ ਹੈ ਕਿ ਜਿਹੜਾ ਵੀ ਸ਼ਾਸਨ ਕਰਨ ਵਾਸਤੇ ਆ ਰਿਹਾ ਉਹ ਸਹੀ ਬੰਦਾ ਹੋਵੇ, ਸਹੀ ਗੱਲ। ਜਿਹੜੀ ਸ਼ਾਸਨ ਕਰਨ ਵਾਸਤੇ ਪਾਰਟੀ ਆ ਰਹੀ ਉਹ ਸਹੀ ਪਾਰਟੀ ਹੋਵੇ, ਉਹ ਸਾਡੇ ਵਾਸਤੇ ਕੰਮ ਕਰੇ, ਸਾਡੀਆਂ ਸੁੱਖ ਸੁਵਿਧਾਵਾਂ ਵਾਸਤੇ ਕੰਮ ਕਰੇ, ਸਾਡੇ ਜੀਵਨ ਨੂੰ ਸੁਖਾਵਾਂ ਬਣਾਉਣ ਵਾਸਤੇ ਕੰਮ ਕਰੇ, ਉਹ ਕੋਈ ਵੀ ਹੋਵੇ। ਜਨਤਾ ਨੂੰ ਆਪਣੇ ਸੁੱਖ ਸੁਵਿਧਾ ਨਾਲ ਮਤਲਬ ਹੈ, ਆਪਣੇ ਜੀਵਨ ਨੂੰ ਸੁਖਾਵੇਂ ਬਣਾਉਣ ਨਾਲ ਮਤਲਬ ਹੈ। ਨਾ ਉਹਨਾਂ ਨੂੰ ਬੀਜੇਪੀ ਨਾਲ ਕੋਈ ਮਤਲਬ ਹੈ, ਨਾ ਕਾਂਗਰਸ ਨਾਲ, ਨਾ ਆਮ ਆਦਮੀ ਪਾਰਟੀ ਨਾਲ, ਕਿਸੇ ਪਾਰਟੀ ਨਾਲ, ਕਿਸੇ ਸ਼ਖਸ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੂੰ ਸਿਰਫ ਆਪਣੀ ਜ਼ਿੰਦਗੀ ਦੀ ਸਹੀ ਸਹੂਲੀਅਤ ਚਾਹੀਦੀ ਹੈ। ਸਹੀ ਗੱਲ। ਤੇ ਜਿਹੜਾ ਉਹਨਾਂ ਦੀ ਜ਼ਿੰਦਗੀ ਨੂੰ ਸਹੀ ਸਹੂਲੀਅਤ ਦਿੰਦਾ ਹੈ, ਉਹਨਾਂ ਦੇ ਮਾਹੌਲ ਨੂੰ, ਉਹਨਾਂ ਦੇ ਜੀਵਨ ਨੂੰ ਸੁਖਾਵਾਂ ਬਣਾਉਂਦਾ ਹੈ, ਉਹ ਉਹਨਾਂ ਦਾ ਹੀਰੋ ਹੈ, ਔਰ ਉਹਨੂੰ ਉਹ ਬਾਰ-ਬਾਰ ਸੱਤਾ 'ਚ ਲਿਆਉਣਾ ਚਾਹੁੰਦੇ ਨੇ। ਸੋ ਜਨਤਾ ਦੀ ਤੇ ਗੱਲ ਬਿਲਕੁਲ ਕਲੀਅਰ ਹੈ। ਸੋ ਆਪਾਂ ਜਾਂਦੇ ਜਾਂਦੇ ਇੱਕ ਗੱਲ ਨੂੰ ਛੂ ਕੇ ਵਾਈਂਡ ਅਪ ਲਵਾਂਗੇ ਜੀ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਥੈਂਕ ਗੋਡ ਝਗੜੇ ਨਿਪਟ ਗਏ, ਸੈਸ਼ਨ ਸ਼ੁਰੂ ਹੋ ਗਿਆ। ਹੁਣ ਇਹ ਸਾਰੇ ਐਲੋਕੇਸ਼ਨਸ ਹੋਣਗੀਆਂ, ਕਿਹੜੇ ਡਿਪਾਰਟਮੈਂਟ ਨੂੰ ਕਿਹੜੇ ਹੈੱਡ ਦੇ ਵਿੱਚ ਕਿੰਨੇ ਪੈਸੇ ਭੇਜਣੇ ਨੇ, ਤਾਂ ਕਿ ਲੋਕ ਭਲਾਈ ਦੇ ਕੰਮ ਕੀਤੇ ਜਾ ਸਕਣ। ਇਹ ਵੈਸੇ ਮਾਮਲਾ ਬੜਾ ਇਸ ਤਰ੍ਹਾਂ ਦਾ ਲਟਕਦਾ ਸੀਗਾ। ਉਹਦੇ ਵਿੱਚ ਗਵਰਨਰ ਸਾਹਿਬ ਨੇ ਵੀ ਰੋਕਿਆ, ਔਰ ਉਹਨੂੰ ਰੋਕਣ ਤੋਂ ਬਾਅਦ ਸੁਪਰੀਮ ਕੋਰਟ ਗਏ, ਪਾ ਲਾ ਕੇ ਗਵਰਨਰ ਸਾਹਿਬ ਵੀ ਮੰਨ ਗਏ, ਸੁਪਰੀਮ ਕੋਰਟ ਨੇ ਵੀ ਉਹਨਾਂ ਨੂੰ ਹਦਾਇਤਾਂ ਦੇ ਦਿੱਤੀਆਂ, ਅਤੇ ਇਹ ਕੰਮ ਚੱਲ ਪਿਆ। ਇਹ ਅੱਜ ਸ਼ੁਰੂ ਹੋ ਗਿਆ ਵਿਧਾਨ ਸਭਾ ਦਾ, ਔਰ 10 ਤਰੀਕ ਨੂੰ ਇਹ ਜਿਹੜਾ ਇਹਦਾ ਉਹ ਬਜਟ ਆਊਗਾ, ਜਿਸ 'ਚ ਬਜਟ ਦੀ ਸਾਰੀ ਕਾਪੀ ਇਹਨਾਂ ਕੋਲ ਜਿਹੜੇ ਚੀਮਾ ਸਾਹਿਬ ਨੇ, ਹਰਪਾਲ ਚੀਮਾ ਜੀ ਵਿੱਤ ਮੰਤਰੀ, ਔਰ ਉਹਦੇ ਨਾਲ ਮੁਖਾਤਬ ਜਿਹੜੇ ਹੈਗੇ ਆ, ਫਿਰ ਵੀ ਸੰਬੋਧਨ ਕੌਣ ਕਰ ਰਹੇ, ਗਵਰਨਰ ਸਾਹਿਬ ਕਰ ਰਹੇ ਸਾਰਿਆਂ ਨੂੰ, ਔਰ ਉਹਦੇ 'ਤੇ ਬਜਟ 'ਤੇ ਵੀ ਬੋਲਣਗੇ, ਔਰ ਪੂਰਾ ਜੋ ਉਹਨਾਂ ਨਾਲ ਹੋਈ ਨਿਬੜੀ ਆ ਉਹਦਾ ਸਾਰਾ ਪ੍ਰਸਤਾਵ ਰੱਖਣਗੇ ਆਪ ਖੁਦ। ਮੁੱਖ ਮੰਤਰੀ ਵੀ ਪਹਿਲੋਂ ਬੋਲਣਗੇ, ਔਰ ਪਹਿਲੋਂ ਸ਼ਰਧਾਂਜਲੀ ਦਿੱਤੀ ਜਾਊਗੀ ਜਿੰਨੇ ਵੀ ਲੋਕ ਇੱਥੇ ਗੁਜ਼ਰ ਗਏ ਆ ਜਾਂ ਵਿਚਾਰੇ ਮਰ ਖੱਪ ਗਏ ਆ, ਉਹਨਾਂ ਲਈ ਵੀ ਸ਼ਰਧਾਂਜਲੀ ਤੇ ਹੁੰਦਾ, ਉਦਾਸੀ ਦਾ ਦਿਨ ਹੁੰਦਾ ਉਹ। ਫਿਰ ਇਹ ਕੰਮ ਅੱਜ ਚੱਲ ਕੇ ਸ਼ੁਰੂ ਹੋ ਕੇ ਪੰਜਾਬ ਦੀਆਂ ਦਿੱਤੀਆਂ ਸਹੂਲਤਾਂ, ਬਜਟ ਆ, ਉਹਦੀ ਬਣਤਰ ਆ, ਹੈ ਨਾ, ਰੋਡ ਮੈਪ ਆ, ਸਾਰਾ ਕੁਛ ਉਹਦੇ 'ਚ ਹੋਊਗਾ। ਲੋਕਾਂ ਨੂੰ ਵੀ ਉਡੀਕ ਸੀ ਇਹਦੇ ਸੈਸ਼ਨ ਦੀ, ਔਰ ਇਹਨੂੰ ਇਹਨਾਂ ਨੇ ਅਲਵਿਦਾ ਕਹਿਤਾ ਸੀਗਾ। ਗਵਰਨਰ ਸਾਹਿਬ ਨੇ ਕਿਹਾ ਵੀ ਇਹਦੀ ਕੋਈ ਲੋੜ ਨਹੀਂ, ਇਹਨੂੰ ਛੱਡੋ ਪਰੇ, ਪਰ ਇਹ ਤਾਂ ਇੱਕ ਬਹੁਤ ਜ਼ਰੂਰੀ ਸੀ, ਨਸੈਸਿਟੀ ਸੀਗੀ ਵਿਧਾਨ ਸਭਾ ਦੀ, ਔਰ ਉਹਨਾਂ ਨੇ ਉੱਤੇ ਪੂਰਨੇ ਪਾ ਲਏ। ਵਿਧਾਨ ਸਭਾ ਵੱਲੋਂ ਕਰਕੇ ਕੇਸ ਅਤੇ ਰਾਜਪਾਲ ਦੇ ਅਗੇਂਸਟ ਉੱਥੇ ਸੁਪਰੀਮ ਕੋਰਟ 'ਚ ਉਹਨਾਂ ਨੇ ਕਹਿਤਾ ਫੌਰੀ ਤੌਰ 'ਤੇ ਤੁਹਾਡੇ ਉਸੇ ਤਰੀਕ ਤੋਂ ਸ਼ੁਰੂ ਹੋ ਜਾਊਗਾ, 3 ਤੋਂ, ਅਤੇ ਅੱਜ ਤਰੀਕ ਵੀ 3 ਹੀ ਹੈਗੀ ਆ, ਤਾਂ ਔਰ ਇਹਦੇ ਨਾਲ ਹੀ ਸ਼ੁਰੂਆਤ ਹੋ ਗਈ ਪੰਜਾਬ ਦੀ। ਅਤੇ ਦੇਖੋ ਅੱਗੇ ਕੀ ਹੈਗਾ। ਪੈਸਾ ਤਾਂ ਇਹਨਾਂ ਕੋਲ ਵਿਚਾਰਿਆਂ ਕੋਲ ਹੈ ਨਹੀਂ ਗਾ, ਜੋ ਕੁਛ ਹੈਗਾ ਚਲੋ ਬਣਤਰ ਹੈ, ਉਹਦੇ ਵਿੱਚ ਸਕੀਮਾਂ, ਟੈਕਸ, ਕਈ ਕੁਛ ਆਊਗਾ, ਉਹ ਲੋਕ ਵੇਖਣਗੇ, ਅਤੇ ਖੁਸ਼ਹਾਲ ਤਾਂ ਪੰਜਾਬ ਬਣਨਾ ਹੀ ਬਣਨਾ, ਭਾਵੇਂ ਜਿੱਦਾਂ ਮਰਜ਼ੀ ਬਣੇ, ਭਾਵੇਂ ਹੇਠਲੇ ਪਾਸੇ ਬਣੇ ਜਾਂ ਉੱਧਰਲੇ ਪਾਸੇ ਬਣੇ, ਬਣਨਾ ਹੀ ਬਣਨਾ ਪੰਜਾਬ। ਦੇਖੋ ਬਹੁਤ ਕੁਝ ਕਰਨ ਦੀ ਲੋੜ ਹੈ ਇਨਵੈਸਟਰਸ ਨੂੰ ਲਿਆਉਣ ਵਾਸਤੇ, ਕਿਉਂਕਿ ਬਿਨਾਂ ਇਨਵੈਸਟਮੈਂਟ ਤੋਂ ਕੁਝ ਨਹੀਂ ਹੋਣਾ, ਬਿਨਾਂ ਪੈਸੇ ਤੋਂ ਕੁਝ ਨਹੀਂ ਹੋਣਾ, ਅਤੇ ਇਨਵੈਸਟਰਸ ਨੇ ਬਹੁਤ ਕੁਝ ਦੇਖਣਾ ਹੈ, ਤਾਂ ਉਹਨਾਂ ਨੇ ਪੈਸਾ ਲਗਾਉਣਾ ਹੈ। ਇਸ ਕਰਕੇ ਇਹ ਥੋੜ੍ਹਾ ਟੇਢੀ ਖੀਰ ਹੈ, ਥੋੜ੍ਹਾ ਟੇਢਾ ਮਾਮਲਾ ਹੈ, ਥੋੜ੍ਹਾ ਚੁਣੌਤੀਆਂ ਪੂਰਨ ਹੈ। ਗੱਲਾਂ ਨਾਲ ਕੰਮ ਨਹੀਂ ਬਣਨਾ। ਰੰਗਲਾ ਪੰਜਾਬ ਰੌਲਾ ਪਾਈ ਜਾਈਏ, ਉਹਦੇ ਨਾਲ ਰੰਗਲਾ ਪੰਜਾਬ ਨਹੀਂ ਬਣ ਜਾਣਾ। ਹੋਲੀ ਵੀ ਆ ਰਹੀ ਹੈ ਨਾ, ਤਦ ਤਾਂ ਬਣਨੀ ਹੈ ਰੰਗਲਾ ਪੰਜਾਬ, ਤਾਂ ਤਦ ਬਣਨਾ, ਹੋਲੀ ਆ ਰਹੀ ਹੈ। ਹਾਂ, ਕੰਮ ਕਰਕੇ ਦਿਖਾਉਣਾ ਪਊਗਾ। ਇਹ ਤਾਂ ਇਨਵੈਸਟਰਸ ਆਉਣਗੇ, ਤਾਂ ਪੈਸਾ ਹੋਊਗਾ। ਔਰ ਇਹ ਜਿਹੜੀ ਬੇਈਮਾਨੀ, ਰਿਸ਼ਵਤਖੋਰੀ ਹੈ,
ਇਹ ਜਿਹੜੇ ਭ੍ਰਸ਼ਟਾਚਾਰ ਹੈ ਇਹ ਰੰਗ ਇਹਨੂੰ ਫੁੱਲ ਸਟਾਪ ਲਗਾਉਣਾ ਪਏਗਾ ਤਾਂ ਕਿਸੇ ਪਾਸੇ ਕੋਈ ਗੱਲ ਬਣ ਸਕਦੀ ਹੈ। ਹਾਂ ਬਿਲਕੁਲ ਜੀ ਬਿਲਕੁਲ, ਕਿਉਂਕਿ ਸਾਰਾ ਕੁਝ ਆਪਣੇ ਹੱਥ ਹੈ, ਲੋਕਾਂ ਦੇ ਹੱਥ ਹੈ। ਜਿੰਨੇ ਸਹੀ ਰਹੋਗੇ, ਜਿੰਨੇ ਇਮਾਨਦਾਰ ਰਹੋਗੇ, ਫਿਰ ਚਲੋਗੇ, ਨਹੀਂ ਚਲੋਗੇ ਤਾਂ ਫਿਰ ਲੋਕ ਢਾਹ ਕੇ ਥੱਲੇ ਸੁੱਟ ਦੇਣਗੇ। ਅੱਗੇ ਸੁੱਟਿਆ ਹੀ ਆ, ਅੱਗੇ ਆਪਾਂ ਨੂੰ ਐਗਜ਼ਾਮਪਲ ਦੇਣ ਦੀ ਲੋੜ ਨਹੀਂ ਹੈਗੀ। ਅੱਗੇ ਕੀ ਕੀਤਾ, ਜਿੰਨੀਆਂ ਵੱਡੀਆਂ ਪਾਰਟੀਆਂ ਜਾਂਦੇ ਜਾਂਦੇ ਆਪਾਂ ਦੱਸ ਦਿੰਦੇ ਹਾਂ, ਜੇ ਉਹਨਾਂ ਕੋਲ ਕੋਈ ਕੰਮ ਨਹੀਂ ਚੱਜਦਾ ਆ, ਜੇ ਉਹਨਾਂ ਨੇ ਲੋਕਾਂ ਨਾਲ ਕੋਈ ਚੰਗਾ ਵਰਤਾਓ ਕੀਤਾ, ਲੋਕਾਂ ਦੀ ਇੱਕ ਵੀ ਨਹੀਂ ਮੰਨੀ ਤੇ ਲੋਕਾਂ ਨੇ ਉਹਨਾਂ ਦੀ ਕੋਈ ਨਹੀਂ ਮੰਨੀ, ਤੇ ਫਿਰ ਉਹ ਨੁਕਰੋ ਨੁਕਰੀ ਲੱਗ ਗਿਆ। ਇਸ ਵੇਲੇ ਬੈਠੇ ਪਏ ਆ, ਔਰ ਕਿਸੇ ਕੋ 3 ਸੀਟਾਂ ਤੇ ਕਿਸੇ ਕੋ 2 ਸੀਟਾਂ ਵਾ, ਇਹ ਬਣਵੀਂ ਲੈ ਕੇ ਬਹਿ ਗਿਆ। ਬਿਲਕੁਲ, ਜੇ ਵੀ ਚੱਜਦਾ ਨਹੀਂ ਕੰਮ ਕਰਨਗੇ ਤੇ ਵੀ 2 ਤੇ ਬਹਿ ਜਾਣਗੇ ਅਗਲੇ 5 ਸਾਲਾਂ ਬਾਅਦ, ਹੋ ਸਕਦਾ ਹੈ। ਔਰ ਸਾਰੇ ਐਕਸਪਰਟਸ ਇਹੀ ਕਹਿੰਦੇ ਨੇ ਕਿ ਜਿਹੜਾ ਪੰਜਾਬ ਦੇ ਅੰਦਰ ਇੱਕ ਪੋਲੀਟੀਕਲ ਵੈਕਿਊਮ ਸੀ, ਉਹਦੇ ਵਿੱਚੋਂ ਆਮ ਆਦਮੀ ਪਾਰਟੀ ਜਿੱਤ ਕੇ ਨਿਕਲੀ ਹੈ। ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਆਪਣੀ ਤਾਕਤ ਜਾਂ ਆਪਣੀ ਕਾਰਗੁਜ਼ਾਰੀ ਇੰਨੀ ਕਾਊਂਟ ਨਹੀਂ ਕਰਦੀ ਨਾ, ਜਿੰਨਾ ਉਹ ਪੋਲੀਟੀਕਲ ਵੈਕਿਊਮ ਕਾਊਂਟ ਕਰਦਾ ਹੈ ਕਿ ਜਿਹੜੀਆਂ ਰਿਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਲੋਕਾਂ ਨੇ ਨਾ ਪਸੰਦ ਕੀਤਾ ਔਰ ਇੱਕ ਚੇਂਜ ਲਿਆਉਣ ਵਾਸਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਚਾਂਸ ਦਿੱਤਾ। ਬੁਰੇ ਕੰਮਾਂ ਦੇ ਨਤੀਜੇ ਭੁਗਤਣਾ ਸਾਰਿਆਂ ਦਾ ਕੰਮ ਹੁੰਦਾ। ਹੁਣ ਇਹ ਚਾਂਸ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਹੱਥ ਆਇਆ, ਇਹਨੂੰ ਗਵਾਓ ਨਾ, ਗਵਾਓ, ਸਹੀ ਕੰਮ ਕਰਕੇ ਦਿਖਾਓ। ਹਾਂ ਬਿਲਕੁਲ। ਸੋ ਚਲਿਏ ਬਲਕਾਰ ਜੀ, ਜ਼ਰੂਰ ਜ਼ਰੂਰ। ਤੇ ਸਾਡਾ ਚੈਨਲ ਤੁਸੀਂ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ ਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਜੀ, ਸਤਿ ਸ਼੍ਰੀ ਅਕਾਲ।